ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਮੇਰੇ ਬ੍ਰਦਰ ਐਂਸਨ ਸਿਕੰਦਰ ਜੀ ਦਾ, ਔਰ ਜ਼ੂਮ ਮੀਟਿੰਗ ਦੇ ਉੱਤੇ ਜਿੰਨੇ ਵੀ ਭੈਣ ਭਰਾ ਇਸ ਟਾਈਮ ਸਾਡੇ ਨਾਲ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਬੈਠੇ, ਅਸੀਂ ਇੱਕ ਸਰੀਰ ਹੋਏ ਬੈਠੇ ਹਾਂ ਔਰ ਅਸੀਂ ਪੂਰੇ ਵਰਲਡ ਦੇ ਲਈ ਅੱਜ ਜਿਹੜਾ ਹੈਗਾ ਜ਼ੂਮ ਮੀਟਿੰਗ ਤੇ ਸੋਸ਼ਲ ਮੀਡੀਆ ਦੇ ਨੈਟ ਮਾਧਿਅਮ ਦੇ ਰਾਹੀਂ ਅਸੀਂ ਪ੍ਰੇ ਕਰਦੇ ਹਾਂ। ਸੋ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਕਿ ਤੁਸੀਂ ਹਰ ਰੋਜ਼ ਪੂਰੇ ਜਗਤ ਦੇ ਲਈ, ਪੂਰੇ ਵਰਲਡ ਦੇ ਲਈ, ਸੁਖ ਸ਼ਾਂਤੀ ਦੇ ਲਈ ਪ੍ਰੇਅਰ ਕਰਦੇ ਹੋ। ਜਿੰਨੇ ਵੀ ਇਹ ਜ਼ੂਮ ਮੀਟਿੰਗ ਦੇ ਨੇ ਸਭ ਤੁਸੀਂ ਵਧਾਈ ਦੇ ਪਾਤਰ ਹੋ। ਹਾਲੇਲੂਇਆ। ਸੋ ਅੱਜ ਜਿਹੜਾ ਸਾਡਾ ਟੌਪਿਕ ਹੈਗਾ, ਅੱਜ ਜਿਹੜੀ ਅਸੀਂ ਖੁਦਾ ਦੇ ਕਲਾਮ ਚੋਂ ਗੱਲ ਕਰਨੀ ਹੈ, ਉਹ ਖੁਦਾ ਦੇ ਕਲਾਮ ਦੇ ਵਿੱਚੋਂ ਗੱਲ ਕਰਾਂਗੇ ਕਿ ਸਾਡੀ ਪ੍ਰਾਰਥਨਾ ਕਦੋਂ ਨਹੀਂ ਸੁਣੀ ਜਾਂਦੀ, ਸਾਨੂੰ ਕੀ ਕਰਨਾ ਚਾਹੀਦਾ ਜਿਹਦੇ ਨਾਲ ਸਾਡੀ ਪ੍ਰਾਰਥਨਾ ਸੁਣੀ ਜਾਵੇ। ਔਰ ਕਈ ਮੇਰੇ ਭੈਣ ਭਰਾ ਸਾਨੂੰ ਅੱਜ ਫਸਟ ਟਾਈਮ ਵੀ ਦੇਖ ਰਹੇ ਨੇ, ਜਿਹੜੇ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਰੂਸ ਦੇ ਵਿੱਚ, ਇੰਗਲੈਂਡ ਦੇ ਵਿੱਚ, ਫਰਾਂਸ ਦੇ ਵਿੱਚ, ਜਿੱਥੇ ਵੀ, ਮਲੇਸ਼ੀਆ ਦੇ ਵਿੱਚ, ਜਿੱਥੇ ਵੀ ਸਾਡੀ ਆਵਾਜ਼ ਆ ਰਹੀ ਹੈ ਇਸ ਟਾਈਮ, ਮੈਨੂੰ ਪਤਾ ਕਿ ਤੁਸੀਂ ਜਿਹੜੇ ਭੈਣ ਭਰਾ ਸਾਨੂੰ ਦੇਖ ਰਹੇ ਹੋ ਔਰ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਨੈਗੇਟਿਵਿਟੀ ਤੇ ਪੋਜ਼ਿਟਿਵਿਟੀ ਦੋਨੋਂ ਕੰਮ ਕਰ ਰਹੀਆਂ ਨੇ। ਔਰ ਨੈਗੇਟਿਵਿਟੀ ਦੇ ਨਾਲ ਕੀ ਹੁੰਦਾ ਤੇ ਪੋਜ਼ਿਟਿਵਿਟੀ ਦੇ ਨਾਲ ਕੀ ਹੁੰਦਾ, ਅੱਜ ਤੁਹਾਨੂੰ ਖੁਦਾ ਦੇ ਕਲਾਮ ਦੇ ਵਿੱਚ ਦੱਸਿਆ ਜਾਏਗਾ। ਔਰ ਕੁਝ ਭੈਣ ਭਰਾ ਏਦਾਂ ਦੇ ਨੇ ਜਿਨ੍ਹਾਂ ਨੂੰ ਪ੍ਰਭੂ ਦੇ ਵਿੱਚ ਚੱਲਦਿਆਂ ਨੂੰ ਕਾਫੀ ਦਹਾਕੇ ਹੋ ਗਏ ਨੇ ਜਾਂ ਕਾਫੀ ਸਾਲ ਹੋ ਗਏ ਨੇ ਕਿ ਉਹ ਪ੍ਰਭੂ ਦੇ ਵਿੱਚ ਚੱਲਦਾ ਰਹੇ ਨੇ, ਲੇਕਿਨ ਉਹਨਾਂ ਦੇ ਕੋਲ ਕੋਈ ਬਲੈਸਿੰਗ ਨਹੀਂ ਹੈ। ਲੇਕਿਨ ਕੁਝ ਭੈਣ ਭਰਾ ਏਦਾਂ ਦੇ ਨੇ ਕਿ ਉਹ ਪਰਮੇਸ਼ਰ ਦੇ ਵਿੱਚ ਵੀ ਚੱਲ ਰਹੇ ਨੇ ਤੇ ਉਹਨਾਂ ਨੂੰ ਜਲਦੀ ਹੀ ਪਰਮੇਸ਼ਰ ਬਲੈਸਿੰਗ ਦੇ ਦਿੰਦਾ ਤੇ ਤੰਦਰੁਸਤ ਕਰ ਦਿੰਦਾ ਤੇ ਹੋਰ ਵੱਡੀਆਂ ਵੱਡੀਆਂ ਬਰਕਤਾਂ ਦੇ ਦਿੰਦਾ। ਉਹਦਾ ਰੀਜ਼ਨ ਕੀ ਹੈ ਅੱਜ ਦੱਸਾਂਗੇ ਵੀ ਤੁਹਾਡੀ ਪ੍ਰਾਰਥਨਾ ਜਿਹੜੀ ਉਹ ਸੁਣੀ ਕਿਉਂ ਨਹੀਂ ਜਾਂਦੀ। ਕੁਝ ਭੈਣ ਭਰਾ ਕਹਿੰਦੇ ਨੇ ਬਸ ਜੀ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਤਾਂ ਮੰਨਦੇ ਹਾਂ ਲੇਕਿਨ ਸਾਡਾ ਕੋਈ ਕੰਮ ਪਾਰ ਨਹੀਂ ਹੁੰਦਾ। ਹਾਲੇਲੂਇਆ। ਸੋ ਕੰਮ ਉਦੋਂ ਪਾਰ ਹੁੰਦੇ ਨੇ ਮੇਰੇ ਅਜ਼ੀਜ਼ੋ ਜਦੋਂ ਅਸੀਂ ਪਰਮੇਸ਼ਵਰ ਦੇ ਨਾਲ ਵਫਾਦਾਰੀ ਦੀ ਚਾਲ ਚੱਲਣਾ ਸ਼ੁਰੂ ਕਰ ਦਿੰਦੇ ਹਾਂ। ਜਦੋਂ ਅਸੀਂ ਪਰਮੇਸ਼ਵਰ ਜੀ ਦੇ ਨਾਲ ਵਫਾਦਾਰੀ ਦੀ ਚਾਲ ਚੱਲਦੇ ਹਾਂ ਤਾਂ ਫਿਰ ਦੁਨੀਆ ਦੇ ਵਿੱਚ ਕੋਈ ਵੀ ਸਾਡਾ ਕੰਮ ਹੈ ਜਿਹੜਾ ਉਹ ਅਧੂਰਾ ਨਹੀਂ ਰਹਿੰਦਾ, ਉਹ ਸਾਰੇ ਪੂਰੇ ਹੋ ਜਾਂਦੇ ਆ। ਇੱਕ ਇੱਕ ਕਰਕੇ ਪਰਮੇਸ਼ਵਰ ਉਹਨਾਂ ਕੰਮਾਂ ਨੂੰ ਪੂਰੇ ਕਰਦਾ ਹੈ। ਹਾਲੇਲੂਇਆ। ਸੋ ਅਸੀਂ ਅੱਜ ਕਲਾਮ ਦੇ ਵਿੱਚ ਦੇਖਾਂਗੇ ਪਰਮੇਸ਼ਵਰ ਦਾ ਕਲਾਮ ਕੀ ਕਹਿੰਦਾ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਜਿਹਦੇ ਨਾਲ ਸਾਡੀ ਪ੍ਰਾਰਥਨਾ ਸੁਣੀ ਜਾਵੇ ਤੇ ਕਿਉਂ ਨਹੀਂ ਸਾਡੀ ਪ੍ਰਾਰਥਨਾ ਸੁਣੀ ਜਾਂਦੀ। ਅੱਜ ਕਿਉਂ ਦਾ ਮਤਲਬ ਸਾਰੇ ਲੋਕ ਨੇ ਜਿਹੜੇ ਉਹ ਕਿਉਂ ਦੇ ਉੱਤੇ ਟਿਕੇ ਹੋਏ ਨੇ ਵੀ ਕਿਉਂ ਇਹ ਹੋ ਗਿਆ, ਕਿਉਂ ਇਹ ਕੰਮ ਹੋ ਗਿਆ, ਕਿਉਂ ਨਹੀਂ ਸਾਡੀ ਸੁਣੀ ਜਾਂਦੀ, ਕਿਉਂ ਅਸੀਂ ਚਰਚ ਦੇ ਵਿੱਚ ਜਾਈਏ, ਕਿਉਂ ਸਾਨੂੰ ਕੀ ਮਿਲਿਆ। ਅੱਜ ਜਿਹੜਾ ਕਿਉਂ ਦਾ ਵਰਡ ਹੈ ਵਾਈ ਅਸੀਂ ਉਹ ਅੱਜ ਫਾਈਨਲ ਕਰਾਂਗੇ ਵੀ ਅੱਜ ਸਾਨੂੰ ਲਾਈਫ ਦੇ ਵਿੱਚ ਜਿਹੜਾ ਕਿਉਂ ਦਾ ਆਨਸਰ ਮਿਲਣ ਜਾ ਰਿਹਾ। ਹਾਲੇਲੂਇਆ। ਸੋ ਅੱਜ ਮੇਰੇ ਭੈਣ ਭਰਾ ਮੈਨੂੰ ਬਹੁਤ ਜਿਹੜੇ ਮਿਲਦੇ ਨੇ ਉਹ ਕਹਿੰਦੇ ਨੇ ਪਾਸਟਰ ਜੀ ਕੋਈ ਲਾਈਫ ਦੇ ਵਿੱਚ ਚੇਂਜਿੰਗ ਨਹੀਂ ਆਈ, ਘਰ ਦੇ ਵਿੱਚ ਕੋਈ ਚੇਂਜਿੰਗ ਨਹੀਂ ਆਈ। ਮੇਰੇ ਅਜੀਜ਼ੋ ਲਾਈਫ ਦੇ ਵਿੱਚ ਚੇਂਜਿੰਗ ਉਦੋਂ ਆਏਗੀ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਚੇਂਜਿੰਗ ਆ ਗਈ। ਲਾਈਫ ਦੇ ਵਿੱਚ, ਘਰ ਦੇ ਵਿੱਚ ਚੇਂਜਿੰਗ ਉਦੋਂ ਆਏਗੀ ਜਦੋਂ ਤੁਹਾਡੀ ਸੋਚ ਦੇ ਵਿੱਚ ਚੇਂਜਿੰਗ ਆ ਗਈ। ਜਦੋਂ ਤੁਸੀਂ ਪਵਿੱਤਰ ਤੇ ਪੋਜ਼ਿਟਿਵਿਟੀ ਨੂੰ ਸੋਚਣਾ ਸ਼ੁਰੂ ਕਰ ਦਿੱਤਾ ਤਾਂ ਕੰਮ ਵੀ ਪਰਮੇਸ਼ਰ ਨੇ ਪਵਿੱਤਰ ਤੇ ਪੋਜ਼ਿਟਿਵ ਕਰਨੇ ਸ਼ੁਰੂ ਕਰ ਦੇਣੇ ਨੇ। ਹਾਲੇਲੂਇਆ। ਸੋ ਯਾਕੂਬ ਦੀ ਕਿਤਾਬ 4 ਅਧਿਆਇ ਉਹਦੀ 2 ਆਇਤ ਦੇ ਵਿੱਚ ਦੇਖਾਂਗੇ ਅਸੀਂ ਕੀ ਲਿਖਿਆ ਪਰਮੇਸ਼ਰ ਜੀ ਨੇ। ਕਹਿੰਦਾ ਤੁਸੀਂ ਲੋਭ ਕਰਦੇ ਹੋ ਪਰ ਪੱਲੇ ਕੁਝ ਨਹੀਂ ਪੈਂਦਾ। ਹਾਲੇਲੂਇਆ। ਕਿਉਂ ਨਹੀਂ ਸਾਡੀਆਂ ਪ੍ਰਾਰਥਨਾਵਾਂ ਸੁਣੀਆਂ ਜਾਂਦੀਆਂ? ਕਹਿੰਦਾ ਤੁਸੀਂ ਲੋਭ ਕਰਦੇ ਹੋ ਪਰ ਪੱਲੇ ਕੁਝ ਨਹੀਂ ਪੈਂਦਾ। ਅੱਜ ਦਾ ਜਿਹੜਾ ਸਮਾਂ ਹੈ ਅਸੀਂ ਪੈਸਾ ਬਟੋਰਨਾ ਚਾਹੁੰਦੇ ਹਾਂ, ਸਾਡੇ ਕੋਲ ਪੈਸਾ ਹੋਣਾ ਚਾਹੀਦਾ, ਸਾਹਮਣੇ ਵਾਲਾ ਚਾਹੇ ਭੁੱਖਾ ਮਰ ਜੇ, ਮੇਰੀ ਜੇਬ ਨੋਟਾਂ ਦੇ ਨਾਲ ਭਰੀ ਹੋਣੀ ਚਾਹੀਦੀ ਹੈ, ਮੇਰੇ ਕੋਲ ਦੁਨੀਆ ਦਾ ਸਭ ਤੋਂ ਜ਼ਿਆਦਾ ਧਨ ਹੋਣਾ ਚਾਹੀਦਾ, ਉਹ ਚਾਹੇ ਗਲਤ ਤਰੀਕੇ ਦੇ ਨਾਲ ਚਾਹੇ ਸਹੀ ਤਰੀਕੇ ਦੇ ਨਾਲ, ਪਰ ਜ਼ਿਆਦਾ ਹੋਣਾ ਚਾਹੀਦਾ। ਹਾਲੇਲੂਇਆ। ਫਿਰ ਪਰਮੇਸ਼ਰ ਸਾਡੀ ਪ੍ਰਾਰਥਨਾ ਨੂੰ ਸੁਣ ਲਏਗਾ। ਦੁਬਾਰਾ ਸੁਣੋ ਬਚਨ, ਤੁਸੀਂ ਲੋਭ ਕਰਦੇ ਹੋ ਪਰ ਪੱਲੇ ਕੁਝ ਨਹੀਂ ਪੈਂਦਾ। ਹੁਣ ਦੱਸੋ ਵੀ ਲੋਭ ਕਰਨ ਦੇ ਨਾਲ ਪਰਮੇਸ਼ਰ ਸਾਡੀ ਪ੍ਰਾਰਥਨਾ ਸੁਣ ਲੇਗਾ? ਨੋ, ਕਦੀ ਸਾਡੀ ਪ੍ਰਾਰਥਨਾ ਸੁਣੀ ਨਹੀਂ ਜਾਣੀ।
ਜਦੋਂ ਸੰਤ ਯਹੋਸ਼ੂਆ ਨੇ ਯਰੀਹੋ ਸ਼ਹਿਰ ਨੂੰ ਜਿੱਤਣ ਦੀ ਤਿਆਰੀ ਕੀਤੀ ਤਾਂ ਪਰਮੇਸ਼ਵਰ ਨੇ ਕੀ ਕਿਹਾ ਸੀ? ਕਹਿੰਦਾ ਦੇਖ ਤੂੰ ਯਰੀਹੋ ਸ਼ਹਿਰ ਨੂੰ ਜਿੱਤ ਲੇਗਾ, ਜਾ ਕੇ ਏਦਾਂ ਕਰੀ 7 ਚੱਕਰ ਲਗਾਈ ਤੇ ਤੂਰੀਆਂ ਵਜਾਈ ਤੇ ਜਕਾਰੇ ਗਜਾਈ, ਦੀਵਾਰ ਨੇ ਟੁੱਟ ਜਾਣਾ। ਲੇਕਿਨ ਸ਼ਰਤ ਇੱਕ ਹੈ ਕਿ ਤੂੰ ਉੱਥੇ ਦਾ ਕੋਈ ਵੀ ਮਾਲ ਧਨ ਆਪਣੇ ਨਾਲ ਲੈ ਕੇ ਨਾ ਜਾਈਂ। ਤਾਂ ਕੀ ਹੋਇਆ? ਸਾਰੇ ਕੰਮ ਪੂਰੇ ਹੋ ਗਏ। ਉਦਾਂ ਹੀ ਹੋਇਆ ਜਿੱਦਾਂ ਸੰਤ ਯਹੋਸ਼ੂਆ ਜੀ ਨੇ ਕਿਹਾ ਸੀ। ਲੇਕਿਨ ਸੰਤ ਯਹੋਸ਼ੂਆ ਦੀ ਸੈਨਾ ਦੇ ਵਿੱਚ ਇੱਕ ਏਦਾਂ ਦਾ ਸੀ ਜਿਹੜਾ ਯਰੀਹੋ ਦਾ ਸੋਨਾ ਚਾਂਦੀ ਮੋਤੀ ਆਪਣੇ ਨਾਲ ਲੈ ਗਿਆ। ਅਚਾਨਕ ਕੀ ਹੋਇਆ? ਪਰਮੇਸ਼ਰ ਜੀ ਬੋਲੇ ਕਿ ਜਦੋਂ ਅਗਲੇ ਸ਼ਹਿਰ ਦੇ ਨਾਲ ਉਹਨੂੰ ਜਿੱਤਣ ਜਾ ਰਹੇ ਨੇ ਤਾਂ ਸੰਤ ਯਹੋਸ਼ੂਆ ਦੀ ਸੈਨਾ ਮਰ ਜਾਂਦੀ ਹੈ। ਜ਼ਿਆਦਾ ਹੁੰਦੀ ਹੈ ਪਰ ਉਹਨੂੰ ਘੱਟ ਲੋਕ ਮਾਰ ਦਿੰਦੇ ਨੇ। ਕਿਉਂ? ਕਿਉਂਕਿ ਉਹਨੂੰ ਲਾਲਚ ਨੇ ਮਰਵਾ ਦਿੱਤਾ, ਉਹਦੇ ਲੋਭ ਨੇ ਮਰਵਾ ਦਿੱਤਾ। ਪਰਮੇਸ਼ਰ ਕੀ ਕਹਿ ਰਿਹਾ ਵਚਨ ਦੇ ਵਿੱਚ? ਕਹਿੰਦਾ ਤੁਸੀਂ ਲੋਭ ਕਰਦੇ ਹੋ ਪਰ ਪੱਲੇ ਕੁਝ ਨਹੀਂ ਪੈਂਦਾ। ਇੱਕ ਦੇ ਲੋਭ ਨੇ ਕਿੰਨੇ ਲੋਕ ਮਰਵਾ ਦਿੱਤੇ, ਕਿੰਨੀ ਸੈਨਾ ਮਰਵਾ ਦਿੱਤੀ। ਫਿਰ ਕਿੱਥੋਂ ਸਾਡੀ ਪ੍ਰਾਰਥਨਾ ਸੁਣੀ ਜਾਏਗੀ ਜੇ ਸਾਡੇ ਦਿਲ ਦੇ ਵਿੱਚ ਹਜੇ ਵੀ ਲੋਭ ਪਿਆ, ਹਜੇ ਵੀ ਗਲਤ ਤਰੀਕੇ ਦੇ ਨਾਲ ਅਸੀਂ ਪੈਸਾ ਇਕੱਠਾ ਕਰਨਾ ਚਾਹੁੰਦੇ ਹਾਂ, ਹਜੇ ਵੀ ਅਸੀਂ ਆਪਣਾ ਨਾਮ ਚਮਕਾਉਣ ਦੇ ਲਈ ਕੁਝ ਗਲਤ ਕੰਮਾਂ ਨੂੰ ਅਸੀਂ ਆਪਣੇ ਵਿੱਚ ਲੈਂਦੇ ਹਾਂ। ਸੋ ਅਗਲਾ ਵਚਨ ਕੀ ਕਹਿੰਦਾ? ਤੁਸੀਂ ਹੱਤਿਆ ਕਰਦੇ ਹੋ ਅਤੇ ਈਰਖਾ ਕਰਦੇ ਹੋ, ਕੁਝ ਪ੍ਰਾਪਤ ਨਹੀਂ ਕਰ ਸਕਦੇ। ਤੁਸੀਂ ਹੱਤਿਆ ਵੀ ਕਰਦੇ ਹੋ, ਈਰਖਾ ਵੀ ਕਰਦੇ ਹੋ, ਪਰ ਕੁਝ ਪ੍ਰਾਪਤ ਨਹੀਂ ਕਰ ਸਕਦੇ। ਸੋ ਮੇਰੇ ਪਿਆਰਿਓ, ਅਸੀਂ ਲੜਨ ਨੂੰ ਵੀ ਸ਼ੇਰ ਆ, ਸੁਣਨ ਦੇ ਲਈ ਨਹੀਂ ਆ। ਪਰਮੇਸ਼ਰ ਦਾ ਵਚਨ ਤਾਂ ਕੀ ਕਹਿੰਦਾ? ਕਹਿੰਦਾ ਸੁਣਨ ਦੇ ਵਿੱਚ ਤੁਸੀਂ ਕਾਲੇ ਹੋ ਜਾਓ ਤੇ ਬੋਲਣ ਦੇ ਵਿੱਚ ਧੀਰੇ ਹੋ ਜਾਓ। ਅਸੀਂ ਬੋਲਣ ਦੇ ਵਿੱਚ ਕਾਲੇ ਹੋ ਜਾਂਦੇ ਹਾਂ ਤੇ ਸੁਣਨ ਦੇ ਵਿੱਚ ਧੀਰੇ ਹੋ ਜਾਂਦੇ ਹਾਂ। ਪਰਮੇਸ਼ਰ ਕਹਿੰਦਾ ਤੁਸੀਂ ਲੜਦੇ ਵੀ ਹੋ, ਝਗੜੇ ਵੀ ਕਰਦੇ ਹੋ, ਈਰਖਾ ਵੀ ਕਰਦੇ ਹੋ। ਜਦੋਂ ਸਾਡੇ ਵਿੱਚ ਇਹ ਕੰਮ ਪਏ ਨੇ ਤਾਂ ਸਾਡੀ ਪਰਮੇਸ਼ਰ ਪ੍ਰਾਰਥਨਾ ਸੁਣੇਗਾ? ਨਹੀਂ ਸੁਣੇਗਾ। ਕਾਇਨ ਤੇ ਹਵਲ ਦੀ ਕੀ ਬਣੀ ਸੀ ਗੱਲ? ਕਾਇਨ ਦੀ ਭੇਟ ਨੂੰ ਸਵੀਕਾਰ ਨਹੀਂ ਸੀ ਕੀਤਾ ਤੇ ਹਵਲ ਦੀ ਭੇਟ ਨੂੰ ਸਵੀਕਾਰ ਕਰ ਲਿਆ। ਇਸ ਕਰਕੇ ਕਾਇਨ ਨੇ ਹਵਲ ਨੂੰ ਮਾਰ ਦਿੱਤਾ। ਕਿਉਂ? ਕਿਉਂਕਿ ਈਰਖਾ ਕਰ ਲਈ, ਵੈਰ ਕਰ ਲਿਆ। ਕੀ ਪਰਮੇਸ਼ਰ ਨੇ ਫਿਰ ਕਾਇਨ ਨੂੰ ਜਿੰਦਾ ਰੱਖਿਆ? ਨਹੀਂ। ਕੀ ਉਹਦੀ ਪ੍ਰਾਰਥਨਾ ਸੁਣੀ? ਨਹੀਂ। ਮੇਰੇ ਪਿਆਰਿਓ, ਬਾਈਬਲ ਦੇ ਵਿੱਚ ਲਿਖਿਆ ਹੈ ਆਤਮਾ ਦਾ ਪਹਿਲਾ ਫਲ ਪ੍ਰੇਮ ਹੈ। ਆਤਮਾ ਦਾ ਪਹਿਲਾ ਫਲ ਪ੍ਰੇਮ ਹੈ। ਜਿਸ ਇਨਸਾਨ ਦੇ ਅੰਦਰ ਪ੍ਰੇਮ ਨਹੀਂ ਹੈ, ਉਸ ਇਨਸਾਨ ਦੇ ਅੰਦਰ ਪਰਮੇਸ਼ਵਰ ਵੀ ਨਹੀਂ ਹੈ। ਹਾਲੇਲੂਇਆ। ਜਿਹੜੇ ਇਨਸਾਨ ਈਰਖਾ ਕਰਦੇ ਨੇ, ਜਿਹੜੇ ਇਨਸਾਨ ਲੋਭ ਕਰਦੇ ਨੇ, ਇਹਦਾ ਮਤਲਬ ਸਮਝ ਲਿਓ ਕਿ ਬਾਈਬਲ ਸੱਚ ਬਿਆਨ ਕਰਦੀ ਹੈ ਕਿ ਬੁੱਲਾਂ ਦੇ ਨਾਲ ਮੇਰਾ ਧੰਨਵਾਦ ਕਰਨਾ ਹੈ ਪਰ ਦਿਲ ਮੇਰੇ ਤੋਂ ਦੂਰ ਹੈ। ਮੇਰੇ ਜੀਜੋ, ਅਸੀਂ ਬੁੱਲਾਂ ਦੇ ਨਾਲ ਹਾਲੇਲੂਇਆ ਧੰਨਵਾਦ ਪ੍ਰਭੂ ਤੇਰਾ ਧੰਨਵਾਦ, ਉਹ ਕਰਨ ਦਾ ਕੀ ਫਾਇਦਾ ਜੇ ਦਿਲ ਦੇ ਵਿੱਚ ਜੁਗਤਾ ਬਣਾ ਰਿਹਾ ਕਿਵੇਂ ਲੋਕਾਂ ਨੂੰ ਲੁੱਟਿਆ ਜਾਵੇ। ਜੇ ਤੂੰ ਚਰਚ ਦੇ ਵਿੱਚ ਆਇਆ ਤੇ ਤੂੰ ਉਸ ਦਿਨ ਆਪਣੀਆਂ ਗਲਤੀਆਂ ਨੂੰ ਮੰਨ ਰਿਹਾ ਕਿ ਪ੍ਰਭੂ ਅੱਜ ਮਾਫ ਕਰ ਦੇ, ਦੁਬਾਰਾ ਨਹੀਂ ਗਲਤੀ ਕਰਦਾ, ਉਹ ਫਿਰ ਜਗਤ ਦੇ ਵਿੱਚ ਗਿਆ, ਫਿਰ ਪਾਪ ਕੀਤਾ, ਫਿਰ ਅਗਲੇ ਹਫਤੇ ਤੁਸੀਂ ਆਏ, ਫਿਰ ਗਲਤੀ ਮੰਨੀ ਕਿ ਪ੍ਰਭੂ ਮੈਨੂੰ ਮਾਫ ਕਰ ਦੇ, ਮੇਰੇ ਤੋਂ ਪਾਪ ਹੋ ਗਿਆ। ਪ੍ਰਭੂ ਨੇ ਫਿਰ ਮਾਫ ਕਰਤਾ ਤੇ ਅਗਲੀ ਵਾਰੀ ਫਿਰ ਜਾ ਕੇ ਪਾਪ ਕੀਤਾ, ਅਗਲੇ ਹਫਤੇ ਫਿਰ ਖੜਿਆ ਲੈਣ ਦੇ ਵਿੱਚ ਕਿ ਪ੍ਰਭੂ ਮੈਨੂੰ ਹੁਣ ਮਾਫ ਕਰ ਦੇ। ਉਹ ਵਿਸ਼ਵਾਸੀ ਨਹੀਂ ਹੈ। ਵਿਸ਼ਵਾਸੀ ਤਾਂ ਉਹ ਹੁੰਦਾ ਹੈ ਕਿ ਜੇ ਮੇਰੇ ਪਰਮੇਸ਼ਰ ਨੇ ਮੈਨੂੰ ਕਹਿ ਦਿੱਤਾ ਕਿ ਪਾਪ ਨਹੀਂ ਕਰਨਾ ਤਾਂ ਗਰਦਨ ਕੱਟ ਜੇ, ਮੈਂ ਨਹੀਂ ਕਰਨਾ। ਜੇ ਮੇਰੇ ਪਰਮੇਸ਼ਰ ਨੇ ਕਹਿ ਦਿੱਤਾ ਕਿ ਚੁਗਲੀ ਨਹੀਂ ਕਰਨੀ ਤਾਂ ਜੀਭ ਕੱਟ ਜਾਏ ਪਰ ਮੈਂ ਚੁਗਲੀ ਨਹੀਂ ਕਰਨੀ। ਜੇ ਮੇਰੇ ਪਰਮੇਸ਼ਰ ਨੇ ਕਿਹਾ ਸਹੀ ਟਰੈਕ ਤੇ ਚੱਲਣਾ, ਕਿਸੇ ਨੂੰ ਲੁੱਟਣਾ ਨਹੀਂ ਹੈ, ਉਹ ਭੁੱਖੇ ਮਰ ਜਾਓਗੇ ਪਰ ਲੁੱਟਿਓ ਨਾ, ਪਰਮੇਸ਼ਰ ਤੁਹਾਨੂੰ ਰਜਾ ਕੇ ਖਵਾਉਣ ਦੀ ਸ਼ਕਤੀ ਰੱਖਦੇ ਨੇ। ਹਾਲੇਲੂਇਆ। ਜੇਕਰ ਪਰਮੇਸ਼ਵਰ 5,000 ਲੋਕਾਂ ਨੂੰ ਖਾਣਾ ਖਵਾ ਸਕਦਾ ਹੈ ਤਾਂ ਫਿਰ ਤੁਹਾਨੂੰ ਕਦੇ ਵੀ ਭੁੱਖਾ ਨਹੀਂ ਸਲਾ ਸਕਦਾ। ਬਹੁਤ ਮੇਰੇ ਭੈਣ ਭਰਾ ਨੇ ਜਿਹੜੇ ਕਹਿੰਦੇ ਨੇ ਪਾਸਟਰ ਜੀ ਸਾਡੇ ਕੋਲ ਖਾਣ ਨੂੰ ਕੁਝ ਨਹੀਂ ਹੈ, ਸਾਡੀ ਹੈਲਪ ਕਰੋ।
ਸਾਡੇ ਕੋਲ ਇਹ ਨਹੀਂ ਹੈ ਸਾਡੀ ਮਦਦ ਕਰੋ। ਪਰ ਮੈਂ ਉਹਨਾਂ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦਾ ਹਾਂ, ਪਾਸਟਰ ਵੀ ਉਸੇ ਸਿਚੁਏਸ਼ਨ ਦੇ ਵਿੱਚੋਂ ਦੀ ਨਿਕਲੇ ਹੋਏ ਨੇ। ਅੱਜ ਜਿੱਦਾਂ ਤੁਸੀਂ ਰੋਂਦੇ ਹੋ, ਅੱਜ ਤੋਂ 10 ਸਾਲ ਪਹਿਲਾਂ ਵੀ ਪਾਸਟਰ ਏਦਾਂ ਹੀ ਰੋਂਦਾ ਸੀ ਕਿ ਮੇਰੀ ਕੋਈ ਮਦਦ ਕਰੋ। ਜਦੋਂ ਕਿਸੇ ਨੇ ਮਦਦ ਨਹੀਂ ਕੀਤੀ ਤਾਂ ਇੱਕ ਪਰਮੇਸ਼ਵਰ ਹੈ ਜਿਹੜਾ ਸਾਡੀ ਮਦਦ ਦੇ ਲਈ ਯਿਸੂ ਨੂੰ ਭੇਜਦਾ ਹੈ। ਜਿਹੜੇ ਪੁਕਾਰਦੇ ਨੇ ਉਹਨਾਂ ਨੂੰ ਉੱਤਰ ਮਿਲਦਾ ਹੈ। ਮੇਰੇ ਪਿਆਰਿਓ, ਅੱਜ ਸਾਨੂੰ ਕਿਸੇ ਮਨੁੱਖ ਦੇ ਸਾਹਮਣੇ ਗਿੜਗਿੜਾਉਣ ਦੀ ਜ਼ਰੂਰਤ ਨਹੀਂ ਹੈ। ਅੱਜ ਸਾਨੂੰ ਪਰਮੇਸ਼ਵਰ ਦੇ ਸਾਹਮਣੇ ਗਿੜਗਿੜਾਉਣ ਦੀ ਜ਼ਰੂਰਤ ਹੈ। ਆਓ ਆਪਣਾ ਆਪਣਾ ਦਰਵਾਜ਼ਾ ਬੰਦ ਕਰੋ। ਅੱਜ ਦੀ ਰਾਤ ਪਰਮੇਸ਼ਵਰ ਤੁਹਾਡੀ ਆਵਾਜ਼ ਸੁਣਨ ਜਾ ਰਿਹਾ ਹੈ। ਹਾਲੇਲੂਇਆ। ਆਪਣੇ ਆਪਣੇ ਦਰਵਾਜ਼ੇ ਨੂੰ ਬੰਦ ਕਰਕੇ ਔਰ ਪਰਮੇਸ਼ਵਰ ਦੇ ਹਜ਼ੂਰ ਦੇ ਵਿੱਚ ਬੈਠੋ ਤੇ ਪਰਮੇਸ਼ਵਰ ਨੂੰ ਬੋਲੋ ਕਿ ਆਓ ਪਰਮੇਸ਼ਵਰ, ਜਿੰਨਾ ਮੈਨੂੰ ਇਸ ਦੁਨੀਆ ਦੇ ਵਿੱਚ ਲਾਸ ਹੋਇਆ ਉਹਨਾਂ ਮੈਨੂੰ ਆਪਣੀ ਬਲੈਸਿੰਗ ਦੇ ਨਾਲ ਬਲੈਸ ਕਰੋ। ਤਾਂ ਦੇਖਿਓ, ਫਿਰ ਜਿਨ੍ਹਾਂ ਚੀਜ਼ਾਂ ਦੀ ਤੁਹਾਨੂੰ ਜ਼ਰੂਰਤ ਹੈ, ਵਚਨ ਕਹਿੰਦਾ ਤੁਹਾਡੇ ਪਿੱਛੇ ਪੈ ਕੇ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਕਦੋਂ? ਜਦੋਂ ਅਸੀਂ ਪਰਮੇਸ਼ਵਰ ਦੇ ਨਾਲ ਚੱਲਾਂਗੇ ਉਦੋਂ। ਬਹੁਤ ਭੈਣ ਭਰਾ ਨੇ ਬਹੁਤ ਗੱਲਾਂ ਕਰਦੇ ਨੇ ਕਿ ਬੜੇ ਸਾਲ ਹੋ ਗਏ ਸਾਨੂੰ ਯਿਸੂ ਦੇ ਕੋਲ ਜਾਂਦਿਆਂ ਨੂੰ, ਕੁਝ ਨਹੀਂ ਮਿਲਿਆ। ਉਹ ਸਾਹਮਣੇ ਵਾਲੇ ਨੂੰ ਵੀ ਨੈਗੇਟਿਵ ਕਰ ਦਿੰਦੇ ਨੇ, ਨਾ ਨਾ ਯਿਸੂ ਦੇ ਕੋਲ ਕੁਝ ਵੀ ਨਹੀਂ ਹੈ, ਉਹ ਮੈਂ ਛੱਡ ਕੇ ਦੁਬਾਰਾ ਫਿਰ ਇੱਧਰ ਹੀ ਆ ਗਿਆ। ਮੇਰੇ ਜੀਜੂ, ਤੁਹਾਨੂੰ ਉਹਦੇ ਵਿੱਚੋਂ ਰਸ ਕੱਢਣਾ ਨਹੀਂ ਆਇਆ। ਜਿੰਨਾ ਚਿਰ ਇੱਕ ਗੰਨੇ ਨੂੰ ਕੁਲਾੜੀ ਦੇ ਵਿੱਚੋਂ ਦੀ ਨਹੀਂ ਕੱਢਿਆ ਜਾਂਦਾ, ਉਹਨਾਂ ਚਿਰ ਜਿੰਨਾ ਚਿਰ ਉਹ ਪਿੰਜ ਨਹੀਂ ਜਾਂਦਾ, ਜਿੰਨਾ ਚਿਰ ਉਹ ਮਸਲਿਆ ਨਹੀਂ ਜਾਂਦਾ, ਉਹਨਾਂ ਚਿਰ ਉਹਦੇ ਵਿੱਚੋਂ ਰਸ ਨਹੀਂ ਨਿਕਲਦਾ। ਉਹਨਾਂ ਚਿਰ ਗੰਨਾ ਪੱਥਰ ਦਾ ਪੱਥਰ ਵਰਗਾ ਬਣਿਆ ਰਹਿੰਦਾ। ਜਦੋਂ ਕੁਲਾੜੀ ਦੇ ਵਿੱਚੋਂ ਦੀ ਪਿੰਜਿਆ ਜਾਂਦਾ ਤਾਂ ਜੂਸ ਨੀਚੇ ਗਿਰਦਾ ਤੇ ਉਹਦਾ ਜੋ ਗੁੱਦ ਹੁੰਦੀ ਆ ਉਹ ਸਾਈਡ ਤੇ ਗਿਰਦੀ ਹੈ। ਪ੍ਰਭੂ ਦੇ ਵਿੱਚ ਆ ਕੇ ਆਪਣੇ ਵਜੂਦ ਨੂੰ ਖਤਮ ਕਰਨਾ ਪੈਂਦਾ, ਫਿਰ ਪਰਮੇਸ਼ਵਰ ਜੀ ਤੁਹਾਡੀਆਂ ਪ੍ਰਾਰਥਨਾਵਾਂ ਨੂੰ ਸੁਣਦੇ ਨੇ। ਜਦੋਂ ਸਾਨੂੰ ਮਾੜਾ ਜਿਹਾ ਸੇਕਾ ਲੱਗਣਾ ਸ਼ੁਰੂ ਹੋ ਜਾਂਦਾ ਤੇ ਉਸੇ ਟਾਈਮ ਅਸੀਂ ਕਹਿ ਦਿੰਦੇ ਹਾਂ, ਪਰਮੇਸ਼ਵਰ ਜੀ ਬਸ ਮੇਰੇ ਤੋਂ ਹੋਰ ਨਹੀਂ ਚੱਲਿਆ ਜਾਂਦਾ, ਮੈਂ ਹੋਰ ਦੁੱਖ ਨਹੀਂ ਚੱਲ ਸਕਦਾ। ਸੰਤ ਅਯੂਬ ਦੇ ਵੱਲ ਦੇਖੋ, ਉਹਨੇ ਕਿੰਨਾ ਦੁੱਖ ਝੱਲਿਆ ਸੀ, ਲੇਕਿਨ ਉਹਨੇ ਪਰਮੇਸ਼ਵਰ ਨੂੰ ਫਿਰ ਵੀ ਨਹੀਂ ਕਿਹਾ। ਅੱਜ ਸਾਡੇ ਉੱਤੇ ਮਾੜਾ ਜਿਹਾ ਦੁੱਖ ਤਾਂ ਕੀ ਆ ਜੇ, ਅਸੀਂ ਤਾਂ ਉਹਦੀ ਕਹਿੰਦੇ ਆ ਚਰਚ ਜਾਣਾ ਬੰਦ ਹੈ ਜੀ, ਇਸ ਤੋਂ ਬਾਅਦ ਬੁਖਾਰ ਤਾਂ ਠੀਕ ਨਹੀਂ ਹੋਇਆ, ਟਾਈਫਾਇਡ ਤਾਂ ਉਤਰਿਆ ਨਹੀਂ, ਪਾਸਟਰ ਜੀ ਨੂੰ ਮਿਲਣਾ ਵੀ ਬੰਦ ਹੈ ਜੀ ਅੱਜ ਤੋਂ ਬਾਅਦ। ਕਿਉਂ? ਕਿਉਂਕਿ ਜੋ ਪਾਸਟਰ ਜੀ ਨੇ ਬੋਲਿਆ ਸੀ ਕਿ ਏਦਾਂ ਕਰਨਾ, ਉਹ ਕੀਤਾ ਨਹੀਂ, ਲੇਕਿਨ ਅਸੀਂ ਦੁਨੀਆਦਾਰੀ ਦੇ ਵਿੱਚ ਚੱਲ ਰਹੇ ਹਾਂ। ਅੱਜ ਚਿੰਤਾ ਨੇ ਪਰੇਸ਼ਾਨ ਕੀਤਾ ਹੈ, ਕਰਜ਼ੇ ਦੀ ਚਿੰਤਾ, ਕਿ ਬੱਚੇ ਬਦਮਾਸ਼ੀਆਂ ਦੇ ਵਿੱਚ ਹੋ ਕੇ ਕੰਮ ਨਹੀਂ ਚੱਲਦਾ, ਬਿਜ਼ਨਸ ਫੇਲ ਹੋ ਚੁੱਕਿਆ। ਲੇਕਿਨ ਜੋ ਰੱਬ ਨੇ ਕੰਮ ਕਰਨ ਦੇ ਲਈ ਕਿਹਾ ਉਹ ਤਾਂ ਕੀਤਾ ਨਹੀਂ, ਲੇਕਿਨ ਆਪਣੇ ਕੰਮਾਂ ਦੀ ਚਿੰਤਾ ਕਰਕੇ ਬੈਠ ਗਿਆ। ਬਾਈਬਲ ਕੀ ਬਿਆਨ ਕਰਦਾ? ਉਹ ਚਿੰਤਾ ਨਾ ਕਰ। ਜਦੋਂ ਚਿੰਤਾ ਕਰਕੇ ਆਪਣੇ ਸਿਰ ਦਾ ਇੱਕ ਚਿੱਟਾ ਵਾਲ ਕਾਲਾ ਨਹੀਂ ਕਰ ਸਕਦਾ, ਫਿਰ ਕਿਸ ਵਾਸਤੇ ਚਿੰਤਾ ਕਰਨੀ ਹੈ? ਆਪਣੇ ਮੁਖ ਨੂੰ ਖੋਲ, ਮੇਰੇ ਸਾਹਮਣੇ ਬੈਠ, ਆਪਣੇ ਗੋਡਿਆਂ ਨੂੰ ਮੂੰਹ ਤੇ ਮਾਰ ਤੇ ਮੇਰੇ ਨਾਲ ਗੱਲ ਕਰ, ਮੈਂ ਤੈਨੂੰ ਉੱਤਰ ਦਿਆਂਗਾ। ਸਭ ਕੁਝ ਉਹ ਸਾਡੇ ਨਾਲ ਗੱਲਾਂ ਕਰਦਾ, ਅਸੀਂ ਫਿਰ ਵੀ ਪਤਾ ਨਹੀਂ ਕਿਹੜੇ ਰੰਗਾਂ ਦੇ ਵਿੱਚ ਰੰਗੇ ਜਾਂਦੇ ਆ। ਉਡਾਰੀ ਮਾਰੀ ਤਾਂ ਦੁਨੀਆਦਾਰੀ ਦੀ ਕਿਸ਼ਤੀ ਦੇ ਵਿੱਚ ਆ ਕੇ ਬੈਠ ਗਏ, ਉਡਾਰੀ ਮਾਰੀ ਆਤਮਿਕ ਕਿਸ਼ਤੀ ਦੇ ਵਿੱਚ ਆ ਕੇ ਬੈਠ ਗਏ। ਕਦੇ ਇੱਕ ਕਿਸ਼ਤੀ ਨਹੀਂ ਬਣਾਈ ਅਸੀਂ, ਪਰਮਾਨੈਂਟ ਕਿਸ਼ਤੀ ਨਹੀਂ ਬਣਾਈ ਕਿ ਅਸੀਂ ਨੇ ਇਹਦੇ ਵਿੱਚ ਹੀ ਬੈਠਣਾ ਜਿਹੜੀ ਸਾਨੂੰ ਪਾਰ ਲਗਾਏਗੀ। ਪਤਾ ਵੀ ਹੈ ਕਿ ਦੁਨੀਆਦਾਰੀ ਦੀ ਕਿਸ਼ਤੀ ਸਾਨੂੰ ਡੋਬੇਗੀ, ਸਾਨੂੰ ਡੇਗੇਗੀ, ਸਾਨੂੰ ਬੱਧੇਗੀ, ਸਾਨੂੰ ਮਾਰੇਗੀ, ਲੇਕਿਨ ਫਿਰ ਵੀ ਅਸੀਂ ਸਵਾਰ ਹੁੰਨੇ ਆ। ਇਹ ਵੀ ਪਤਾ ਹੈ ਕਿ ਸਾਨੂੰ ਯਿਸੂ ਦੀ ਕਿਸ਼ਤੀ ਹੀ ਪਾਰ ਲਗਾਏਗੀ, ਲੇਕਿਨ ਅਸੀਂ ਫਿਰ ਵੀ ਉਹਦੇ ਵਿੱਚ ਹਫ਼ਤੇ ਬਾਅਦ ਬਹਿੰਦੇ ਤੇ ਆ ਕੇ ਨਾਲ ਦੀ ਨਾਲ ਅਸੀਂ ਪਾਪ ਕਰ ਬੈਠਦੇ ਹਾਂ। ਮੇਰੇ ਪਿਆਰਿਓ, ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਜਿਹੜੇ ਵੀ ਲੋਕ ਪਾਪ ਕਰਦੇ ਨੇ, ਗੁਨਾਹ ਕਰਦੇ ਨੇ, ਲੋਭ ਕਰਦੇ ਨੇ, ਈਰਖਾ ਕਰਦੇ ਨੇ, ਝਗੜੇ ਕਰਦੇ ਨੇ, ਗਾਲਾਂ ਕੱਢਦੇ ਨੇ, ਉਹਨਾਂ ਦੇ ਪ੍ਰਤੀ ਕੋਈ ਵੀ ਵੈਲਿਊ ਨਹੀਂ ਹੈ। ਜਿਹੜੇ ਪਰਮੇਸ਼ਰ ਨੂੰ ਜਾਣਦੇ ਹੋਏ ਵੀ ਜਾਣ-ਬੁੱਝ ਕੇ ਪਾਪ ਕਰਦੇ ਨੇ, ਫਿਰ ਪਾਪ ਦੇ ਨਿਮਿਤ ਕੋਈ ਦੂਜਾ ਬਲੀਦਾਨ ਨਹੀਂ ਹੈ ਜਿਸ ਤੋਂ ਅਸੀਂ ਬਚਾਏ ਜਾਣਾ ਹੈ। ਸੋ ਅੱਜ ਸਾਨੂੰ ਆਪਣੀਆਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਨੀਆਂ ਨੇ। ਪ੍ਰਾਰਥਨਾ ਕਿਵੇਂ ਕਰਨੀਆਂ ਨੇ? ਪਵਿੱਤਰਤਾਈ ਦੇ ਨਾਲ, ਪਵਿੱਤਰਤਾਈ ਦੇ ਨਾਲ ਪ੍ਰਾਰਥਨਾਵਾਂ ਕਰਨੀਆਂ ਨੇ।
ਫਾਸਟਿੰਗ ਕਿਉਂ ਕਿਹਾ ਜਾਂਦਾ ਕਿ ਫਾਸਟਿੰਗ ਰੱਖ ਕੇ ਪ੍ਰੇਅਰ ਕਰੋ? ਫਾਸਟਿੰਗ ਦੇ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਰੋਟੀ ਖਾਣੀ ਬੰਦ ਕਰ ਦਿੱਤੀ ਹੈ, ਆਪਣੇ ਸਰੀਰ ਦੀਆਂ ਇੱਛਾਵਾਂ ਨੂੰ ਕਰਨਾ ਬੰਦ ਕਰ ਦਿੱਤਾ। ਉਹ ਜਦੋਂ ਤੁਸੀਂ ਰੋਟੀ ਪਾਣੀ ਛੱਡ ਗਏ ਤਾਂ ਫਿਰ ਤੁਹਾਨੂੰ ਰੱਬ ਨੇ ਮਿਲ ਜਾਣਾ ਹੈ। ਫਿਰ ਰੱਬ ਨੇ ਗੱਲ ਕਰਨੀ ਹੈ ਕਿ ਜਿਹੜਾ ਬੰਦਾ ਮੈਨੂੰ ਬੁਲਾਉਣ ਦੇ ਲਈ ਰੋਟੀ ਪਾਣੀ ਵੀ ਛੱਡ ਗਿਆ, ਹੁਣ ਤਾਂ ਮੈਨੂੰ ਜਾਣਾ ਪੈਣਾ। ਜਦੋਂ ਅਸੀਂ ਰੋਟੀ ਪਾਣੀ ਖਾਂਦੇ ਰਹਿੰਦੇ ਆ ਤੇ ਸੰਸਾਰਿਕ ਕੰਮ ਕਰਦੇ ਰਹਿੰਦੇ ਆ ਤੇ 24 ਘੰਟੇ ਦੇ ਵਿੱਚੋਂ 10 ਮਿੰਟ ਰੱਬ ਦਾ ਨਾਮ ਲੈਣਾ, ਫਿਰ ਪਵਿੱਤਰਤਾ ਹੀ ਨਹੀਂ ਆਉਂਦੀ। ਕਿਉਂਕਿ ਪਹਿਲੇ 20 ਮਿੰਟ ਦਾ ਸ਼ੈਤਾਨ ਦੇ ਨਾਲ ਫਾਈਟ ਚੱਲਦੀ ਹੈ। ਕਦੇ ਗੋਡਿਆਂ 'ਚ ਦਰਦ, ਕਦੇ ਮੋਢਿਆਂ 'ਚ ਦਰਦ, ਕਦੇ ਪਿੱਠ 'ਚ ਦਰਦ, ਕਦੇ ਕਿਤੇ ਦਰਦ। ਉਹ ਬੈਠਿਆ ਨਹੀਂ ਜਾਏਗਾ। ਲੇਕਿਨ ਜਦੋਂ ਪਵਿੱਤਰ ਆਤਮਾ ਆਏਗਾ ਫਿਰ ਤੁਹਾਨੂੰ ਟਾਈਮ ਦਾ ਪਤਾ ਨਹੀਂ ਲੱਗਣਾ ਵੀ ਕਿੰਨਾ ਕੁ ਹੋ ਗਿਆ ਬੈਠਿਆਂ ਨੂੰ। ਅੱਜ ਬਹੁਤ ਮੇਰੇ ਭੈਣ ਭਰਾ ਨੇ ਜਿਹੜੇ ਸਾਨੂੰ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਨਵੇਂ ਦੇਖ ਰਹੇ ਨੇ, ਜਿਹੜੇ ਪੁਰਾਣੇ ਨੇ ਉਹ ਤਾਂ ਚੱਲ ਹੀ ਰਹੇ ਨੇ, ਉਹ ਤਾਂ ਸਮਝ ਹੀ ਰਹੇ ਨੇ ਇਹਨਾਂ ਗੱਲਾਂ ਨੂੰ। ਅੱਜ ਦਾ ਜਿਹੜਾ ਪ੍ਰਚਾਰ ਆ ਮੇਰਾ ਨਵੀਂ ਜਨਰੇਸ਼ਨ ਦੇ ਲਈ ਹੈ ਕਿ ਉਹ ਆਪਣੇ ਜੀਵਨ ਨੂੰ ਬਚਾਏ ਔਰ ਪਰਮੇਸ਼ਰ ਦੇ ਪਿੱਛੇ ਚੱਲੇ। ਜੇ ਤੁਸੀਂ ਆਪਣੀਆਂ ਪ੍ਰਾਰਥਨਾ ਨੂੰ ਸੁਣਾਉਣਾ ਚਾਹੁੰਦੇ ਹੋ ਪਰਮੇਸ਼ਰ ਦੇ ਅੱਗੇ ਕਿ ਪਰਮੇਸ਼ਰ ਜੀ ਤੁਹਾਡੀ ਪ੍ਰਾਰਥਨਾ ਨੂੰ ਜ਼ਰੂਰ ਸੁਣਨ, ਤਾਂ ਫਿਰ ਆਪਣੀ ਸੋਚ ਨੂੰ ਪਵਿੱਤਰ ਕਰ ਲਿਓ, ਆਪਣੇ ਕੰਮਾਂ ਨੂੰ ਪਵਿੱਤਰ ਕਰ ਲਿਓ। ਕਿਸੇ ਨੂੰ ਲੁੱਟਣ ਦੀ ਸਾਜ਼ਿਸ਼ ਨਾ ਬਣਾਇਓ, ਕਿਸੇ ਨੂੰ ਠੱਗਣ ਦੀ ਸਾਜ਼ਿਸ਼ ਨਾ ਬਣਾਇਓ, ਕਿਸੇ ਨੂੰ ਮਾਰਨ ਦੀ ਸਾਜ਼ਿਸ਼ ਨਾ ਬਣਾਇਓ, ਕਿਸੇ ਦੇ ਨਾਲ ਈਰਖਾ ਨਾ ਕਰਿਓ। ਫਿਰ ਦੇਖੋ ਪਰਮੇਸ਼ਰ ਤੁਹਾਡੀ ਆਵਾਜ਼ ਨੂੰ ਕਿਵੇਂ ਅੱਧੇ ਬੋਲ ਦੇ ਉੱਤੇ ਸੁਣਦਾ। ਹਾਲੇਲੂਇਆ। ਮੇਰੇ ਪਰਮੇਸ਼ਰ ਨੇ ਯਿਸੂ ਨੂੰ ਇਸ ਕਰਕੇ ਧਰਤੀ ਦੇ ਉੱਤੇ ਭੇਜਿਆ ਸੀ ਕਿ ਜਾਓ ਮੇਰੇ ਲੋਕਾਂ ਨੂੰ ਆਜ਼ਾਦ ਕਰੋ। ਜਿਨ੍ਹਾਂ ਨੇ ਯਿਸੂ ਨੂੰ ਜਾਣ ਲਿਆ ਉਹ ਤਾਂ ਆਜ਼ਾਦ ਹੋ ਗਏ ਨੇ, ਔਰ ਜਿਨ੍ਹਾਂ ਨੇ ਨਹੀਂ ਜਾਣਿਆ ਉਹ ਅੱਜ ਵੀ ਉੱਥੇ ਹੀ ਬੈਠੇ ਨੇ। ਲੇਕਿਨ ਪਰਮੇਸ਼ਰ ਦਾ ਕਲਾਮ ਕੀ ਕਹਿੰਦਾ ਸੀ? ਕਹਿੰਦਾ ਤੁਸੀਂ ਲੋਭ ਕਰਦੇ ਹੋ ਪਰ ਪੱਲੇ ਕੁਝ ਨਹੀਂ ਪੈਂਦਾ, ਤੁਸੀਂ ਹੱਤਿਆ ਤੇ ਈਰਖਾ ਕਰਦੇ ਹੋ, ਕੁਝ ਪ੍ਰਾਪਤ ਨਹੀਂ ਕਰ ਸਕਦੇ, ਤੁਸੀਂ ਲੜਾਈ ਝਗੜਾ ਕਰਦੇ ਹੋ, ਤੁਹਾਡੇ ਪੱਲੇ ਕੁਝ ਨਹੀਂ ਪੈਂਦਾ, ਇਸ ਲਈ ਤੁਸੀਂ ਮੰਨਦੇ ਨਹੀਂ। ਤੁਸੀਂ ਮੰਗਦੇ ਹੋ ਪਰ ਲੱਭਦਾ ਨਹੀਂ। ਕਿਹੜੇ ਮੰਗਦੇ ਨੇ? ਜਿਹੜੇ ਲੜਾਈ ਕਰਦੇ ਨੇ, ਜਿਹੜੇ ਈਰਖਾ ਕਰਦੇ ਨੇ। ਫਿਰ ਉਹ ਘੁੱਟਣੇ ਵੀ ਟੇਕਦੇ ਨੇ ਪਰਮੇਸ਼ਰ ਦੇ ਸਾਹਮਣੇ ਕਿ ਲੈ ਪ੍ਰਭੂ ਮੈਨੂੰ ਦੇ ਦੇ, ਮੇਰੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰ ਦੇ। ਪਰਮੇਸ਼ਰ ਕਹਿੰਦਾ ਪਹਿਲਾਂ ਲੜਾਈ ਕਰ ਜਾ ਕੇ, ਜਿੱਥੇ ਲੜ ਕੇ ਆਇਆ ਪਹਿਲਾਂ ਉਹ ਕੰਮ ਦੇ ਉਹਦੀ ਤਸੱਲੀ ਕਰ ਜਾ ਕੇ। ਜਿਹਨੂੰ ਕੁੱਟ ਕੇ ਆਇਆ ਨੇ ਹੱਥੇ ਨੂੰ, ਉਹਨੂੰ ਹੋਰ ਕੁੱਟ ਲੈ ਜਾ ਕੇ। ਕਿਉਂ? ਕਿਉਂਕਿ ਸਾਡੇ ਪਰਮੇਸ਼ਰ ਨੇ ਸਾਨੂੰ ਲੜਨਾ ਨਹੀਂ ਸਿਖਾਇਆ, ਸਾਡੇ ਪਰਮੇਸ਼ਰ ਨੇ ਸਾਨੂੰ ਈਰਖਾ ਕਰਨੀ ਨਹੀਂ ਸਿਖਾਈ, ਸਾਡੇ ਪਰਮੇਸ਼ਰ ਨੇ ਸਾਨੂੰ ਪ੍ਰੇਮ ਕਰਨਾ ਸਿਖਾਇਆ। ਹਾਲੇਲੂਇਆ। ਔਰ ਜਿਹੜੇ ਪ੍ਰੇਮ ਕਰਦੇ ਨੇ ਪਰਮੇਸ਼ਰ ਉਹਨਾਂ ਦੇ ਨਾਲ ਕੰਮ ਕਰਦਾ। ਤਾਂ ਅਗਲਾ ਵਚਨ ਕੀ ਕਹਿ ਰਿਹਾ? ਕਹਿੰਦਾ ਕਿਉਂ ਜੋ ਬਦਨੀਤੀ ਨਾਲ ਮੰਗਦੇ ਹੋ ਭਾਈ ਆਪਣਿਆਂ ਭੋਗ ਵਿਲਾਸਾਂ ਵਿੱਚ ਉਡਾ ਦਈਏ। ਜੇ ਅਸੀਂ ਮੰਗਦੇ ਵੀ ਹਾਂ ਪਰਮੇਸ਼ਰ ਤੋਂ ਤਾਂ ਅਸੀਂ ਬਦਨੀਤੀ ਦੇ ਨਾਲ ਮੰਗਦੇ ਹਾਂ ਕਿ ਲੈ ਪ੍ਰਭੂ ਜੇ ਮੇਰੇ ਕੋਲ ਪੈਸਾ ਹੋਵੇ ਮੈਂ ਤਾਂ ਰਾਜਾ ਬਣ ਜਾ, ਮੈਂ ਇਹ ਲੈ ਲਾ, ਮੈਂ ਗੱਡੀਆਂ ਲੈ ਲਾ, ਮੈਂ ਕੋਠੀਆਂ ਲੈ ਲਾ, ਮੈਂ ਕਾਰਾਂ ਲੈ ਲਾ, ਮੈਂ ਐਸ ਪ੍ਰਸਤੀ ਕਰਾਂ, ਮੈਂ ਘੁੰਮਾਂ, ਮੈਂ ਫਿਰਾਂ, ਮੈਂ ਕੰਮ ਕੋਈ ਨਾ ਕਰਾਂ ਬਸ। ਕਿਉਂ ਮੰਗਿਆ? ਵੀ ਬਦਮਸਤੀਆਂ ਦੇ ਲਈ ਮੰਗਿਆ। ਜੇ ਕਦੇ ਮੰਗਿਆ ਹੁੰਦਾ ਕਿ ਲੈ ਪ੍ਰਭੂ ਜੇ ਤੂੰ ਮੈਨੂੰ ਦੇਂਗਾ ਤਾਂ ਮੈਂ ਤੇਰੇ ਕੰਮ ਕਰਾਂਗਾ ਔਰ ਤੇਰੇ ਲੋਕਾਂ ਨੂੰ ਬਚਾਵਾਂਗਾ, ਤਾਂ ਦੇਖਿਓ ਰੱਬ ਜੇਕਰ ਤੁਹਾਡੇ ਗਰੀਬੀ ਦੇ ਬੰਧਨ ਨਾ ਖਤਮ ਕਰਦੇ ਫਿਰ ਗੱਲ ਕਰਿਓ। ਜੇ ਰੱਬ ਤੁਹਾਡੇ ਹੱਥ ਮੰਗਣ ਦੀ ਜਗ੍ਹਾ ਤੇ ਵੰਡਣ ਵਾਲੇ ਨਾ ਬਣਾ ਦਿੱਤੇ ਫਿਰ ਕਰਿਓ। ਕਿਉਂ? ਸਾਨੂੰ ਮੰਗਣਾ ਹੀ ਨਹੀਂ ਆਉਂਦਾ। ਹੰਨਾ ਨੇ ਕਿਵੇਂ ਕੀਤਾ ਸੀ? ਏਲੀਆ ਨਬੀ ਕੀ ਕਹਿੰਦਾ ਸੀ? ਕਹਿੰਦਾ ਤੈਨੂੰ ਮੰਗਣ ਦਾ ਵੱਲ ਨਹੀਂ ਆਇਆ, ਉਹ ਤੈਨੂੰ ਮੰਗਣਾ ਨਹੀਂ ਆਇਆ। ਕਿੱਦਾਂ ਮੰਗਣਾ? ਉਹ ਤੂੰ ਕਹਿ ਕਿ ਜੇ ਪ੍ਰਭੂ ਇਸ ਕੁੱਖ ਨੂੰ ਖੋਲੇਗਾ, ਜਿਹੜੀ ਇਸ ਜਗ੍ਹਾ ਤੋਂ ਬੱਚਾ ਪੈਦਾ ਹੋਏਗਾ ਉਹ ਸਿਰਫ ਤੇਰੇ ਕੰਮ ਕਰੇਗਾ, ਕੁੱਖ ਮੇਰੀ ਹੋਏਗੀ, ਕੰਮ ਤੇਰੇ ਕਰੇਗਾ। ਲੇਕਿਨ ਜਦੋਂ ਉਹਨੂੰ ਮੰਗਣ ਦਾ ਤਰੀਕਾ ਆਇਆ, ਉਹ ਨਾਲ ਦੀ ਨਾਲ ਉਹ ਗਰਭਣੀ ਹੋਈ ਤੇ ਪੁੱਤਰ ਨੂੰ ਜਨਮ ਦਿੱਤਾ। ਤਾਂ ਸੈਮੂਅਲ ਜਦੋਂ ਧਰਤੀ ਤੇ ਆਇਆ ਤਾਂ ਅੱਜ ਤੱਕ ਬਾਈਬਲ ਦੇ ਵਿੱਚ ਨਾਮ ਬੋਲਦਾ। ਜੇ ਹੰਨਾ ਮੰਗ ਸਕਦੀ ਹੈ ਤਾਂ ਸਾਨੂੰ ਨਹੀਂ ਮੰਗਣਾ ਆਉਂਦਾ? ਜੇ ਅਬਰਾਹਮ ਨੂੰ ਮਿਲ ਸਕਦਾ ਤਾਂ ਸਾਨੂੰ ਨਹੀਂ ਮਿਲ ਸਕਦਾ? ਜੇ ਸੰਤ ਜੀ ਹੋਸ਼ਿਆ ਪ੍ਰਾਰਥਨਾ ਕਰਕੇ
ਉਹ ਯਰੀਹੋ ਸ਼ਹਿਰ ਨੂੰ ਜਿੱਤ ਸਕਦਾ ਜਿਹਦੇ ਆਲੇ ਦੁਆਲੇ ਇੱਟਾਂ ਦੀ ਦੀਵਾਰ ਸੀ, ਜਿਹਨੂੰ ਕੋਈ ਤੋੜ ਨਹੀਂ ਸੀ ਸਕਦਾ। ਕੀ ਅਸੀਂ ਨਹੀਂ ਤੋੜ ਸਕਦੇ ਉਹ ਬੰਧਨਾਂ ਦੀ ਦੀਵਾਰ ਨੂੰ ਜਿਹੜੀ ਸਾਨੂੰ ਅਮੀਰ ਹੋਣ ਤੋਂ ਰੋਕਦੀ ਹੈ? ਅਸੀਂ ਨਹੀਂ ਤੋੜ ਸਕਦੇ ਜਿਹੜੀ ਉਹ ਬਿਮਾਰੀ ਦਾ ਸ਼ਰਾਪ ਸਾਡੇ ਉੱਤੇ ਆਇਆ ਹੋਇਆ, ਜਿਹੜੇ ਸਾਡੇ ਪੈਸੇ ਨੂੰ ਖਰਾਬ ਕਰਦਾ, ਅਸੀਂ ਨਹੀਂ ਉਹਨੂੰ ਤੋੜ ਸਕਦੇ? ਅਸੀਂ ਉਹ ਦੀਵਾਰ ਨੂੰ ਤੋੜ ਨਹੀਂ ਸਕਦੇ ਜਿਹੜੀ ਸਾਡੇ ਉੱਤੇ ਬਿਮਾਰੀ ਦਾ ਸ਼ਰਾਪ ਲੈ ਕੇ ਆਈ ਹੈ? ਤੋੜ ਸਕਦੇ ਆ, ਲੇਕਿਨ ਮੰਗਣ ਦਾ ਤਰੀਕਾ ਨਹੀਂ ਹੈ। ਇਸ ਧਰਤੀ ਦੇ ਉੱਤੇ ਸਭ ਕਾਸੇ ਦਾ ਹੱਲ ਹੈ, ਲੇਕਿਨ ਸਾਨੂੰ ਕੱਢਣਾ ਨਹੀਂ ਆਉਂਦਾ। ਐਸਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਇਨਸਾਨ ਨਹੀਂ ਕਰ ਸਕਦਾ। ਧਰਤੀ ਦੇ ਉੱਤੇ ਹਰੇਕ ਕੰਮ ਇਨਸਾਨ ਨੇ ਕੀਤੇ ਨੇ। ਹਰੇਕ ਚੀਜ਼ ਦਾ ਅਧਿਕਾਰੀ ਇਨਸਾਨ ਨੂੰ ਠਹਿਰਾਇਆ ਪਰਮੇਸ਼ਵਰ ਨੇ। ਪਰਮੇਸ਼ਵਰ ਨੇ ਕੀ ਕਿਹਾ ਸੀ ਆਦਮ ਨੂੰ? ਕਹਿੰਦਾ ਜਾ, ਤੈਨੂੰ ਰੇਂਗਣ ਵਾਲੀਆਂ ਤੇ ਉੱਡਣ ਵਾਲੀਆਂ ਸਾਰੀਆਂ ਚੀਜ਼ਾਂ ਦੇ ਅਧਿਕਾਰ ਦੇ ਦਿੱਤਾ। ਹਾਲੇਲੂਇਆ। ਕੀ ਦੇ ਦਿੱਤਾ ਪਰਮੇਸ਼ਵਰ ਨੇ? ਸਭ ਕਾਸੇ ਦਾ ਅਧਿਕਾਰੀ ਤੈਨੂੰ ਬਣਾ ਦਿੱਤਾ ਮੈਂ। ਇਸ ਕਰਕੇ ਪਰਮੇਸ਼ਵਰ ਦੇ ਕੰਮਾਂ ਦੇ ਉੱਤੇ ਸ਼ੱਕ ਨਹੀਂ ਕਰਨਾ। ਔਰ ਜੇ ਤੁਹਾਨੂੰ ਪਰਮੇਸ਼ਵਰ ਕੁਝ ਨਹੀਂ ਦੇ ਰਿਹਾ ਤਾਂ ਸਮਝ ਲਿਓ, ਆਪਣੇ ਗਿਰਵਾਨ ਦੇ ਵੱਲ ਝਾਕ ਕੇ ਦੇਖ ਲਿਓ ਕਿ ਮੇਰੇ ਵਿੱਚ ਕੋਈ ਕਮੀ ਤਾਂ ਨਹੀਂ, ਕਿ ਮੇਰੇ ਅੰਦਰ ਕੋਈ ਕਮੀ ਤਾਂ ਨਹੀਂ ਜਿਹੜੀ ਮੇਰੇ ਪਰਮੇਸ਼ਵਰ ਨੂੰ ਚੰਗੀ ਨਾ ਲੱਗੀ ਹੋਵੇ। ਜਦੋਂ ਇਕੱਲੇ ਬੈਠ ਕੇ ਪ੍ਰਾਰਥਨਾ ਕਰੋਗੇ ਯਿਸੂ ਮਸੀਹ ਦੇ ਨਾਲ, ਤੁਹਾਡੀ ਕਮਜ਼ੋਰੀ ਵੀ ਤੁਹਾਡੇ ਅੱਗੇ ਰੱਖਦੇ ਨਹੀਂ ਹੋਣੇ ਕਿ ਦੇਖ ਤੈਨੇ ਆਹ ਗਲਤੀ ਕੀਤੀ ਸੀ ਜਿਹੜੀ ਮੈਨੂੰ ਚੰਗੀ ਨਹੀਂ ਲੱਗੀ, ਇਸ ਕਰਕੇ ਤੇਰੀ ਪ੍ਰਾਰਥਨਾ ਸੁਣੀ ਨਹੀਂ ਗਈ। ਮੇਰੇ ਪਿਆਰਿਓ, ਜਦੋਂ ਜਦੋਂ ਪਰਮੇਸ਼ਵਰ, ਜੇ ਪਰਮੇਸ਼ਵਰ ਬਲੈਸ ਕਰਨ ਜਾਣਦਾ ਤਾਂ ਉਹ ਬਲੈਸਿੰਗ ਖੋਣੀ ਵੀ ਜਾਣਦਾ। ਇਹਦੇ ਵਿੱਚ ਬਣੇ ਰਹਿਣਾ ਹੀ ਸਭ ਤੋਂ ਵੱਡੀ ਚੀਜ਼ ਹੈ। ਜਿਹੜੇ ਇਨਸਾਨ ਇਸ ਦੇ ਵਿੱਚ ਬਣੇ ਰਹਿੰਦੇ ਨੇ ਉਹ ਰੱਬ ਦੇ ਵਿੱਚ ਬਣੇ ਰਹਿੰਦੇ ਨੇ। ਜਿਹੜੇ ਇਨਸਾਨ ਇਹ ਚੀਜ਼ ਨੂੰ ਸਮਝ ਕੇ ਪਿੱਛੇ ਹਟ ਜਾਂਦੇ ਨੇ, ਉਹ ਫਿਰ ਧੋਬੀ ਦਾ ਕੁੱਤਾ ਘਰ ਦਾ ਨਾ ਘਾਟਦਾ, ਫਿਰ ਉਹ ਕੰਮ ਹੋ ਜਾਂਦਾ ਸਾਡੇ ਨਾਲ। ਸੋ ਅੱਜ ਅਸੀਂ ਆਪਣੀਆਂ ਪ੍ਰਾਰਥਨਾ ਸੁਣਾਉਣ ਵਾਲੇ ਬਣਨਾ ਹੈ। ਪਰਮੇਸ਼ਵਰ ਜੀ ਦੇ ਅੱਗੇ ਘੁਟਨੇ ਟੇਕਣੇ ਨੇ। ਅੱਜ ਹੀ ਕਹਿਣਾ ਕਿ ਪ੍ਰਭੂ ਮੇਰਾ ਜੀਵਨ ਆਤਮਿਕ ਕਰ ਦੇ, ਮੇਰੇ ਅੰਦਰ ਪਵਿੱਤਰਤਾਈ ਨੂੰ ਫਿੱਟ ਕਰ ਦੇ, ਯਿਸੂ ਦੇ ਲਹੂ ਦੇ ਨਾਲ ਮੈਨੂੰ ਧੋ ਦੇ ਤਾਂ ਕਿ ਮੇਰਾ ਸਰੀਰ ਪਵਿੱਤਰ ਹੋ ਜਾਏ ਔਰ ਮੈਂ ਯਿਸੂ ਤੋਂ ਵੱਡੇ ਵੱਡੇ ਕੰਮ ਕਰਾਂ। ਇਹ ਮੈਂ ਨਹੀਂ ਕਹਿ ਰਿਹਾ, ਇਹ ਬਾਈਬਲ ਬਿਆਨ ਕਰਦਾ ਹੈ ਵਚਨ ਦੇ ਵਿੱਚ ਕਿ ਜਿਹੜੇ ਇਨਸਾਨ ਯਿਸੂ ਤੇ ਭਰੋਸਾ ਕਰਦੇ ਨੇ ਉਹ ਯਿਸੂ ਜਿਹੇ ਕੰਮ ਨਹੀਂ, ਉਹ ਤੋਂ ਵੱਡੇ ਵੱਡੇ ਕੰਮ ਕਰਦੇ ਨੇ। ਜੇ ਤੁਸੀਂ ਕਰਨਾ ਚਾਹੁੰਦੇ ਹੋ, ਜਿੰਨੇ ਵੀ ਅੱਜ ਤਣਾਅ ਦੇ ਵਿੱਚ ਚੱਲ ਰਹੇ ਨੇ, ਜਿੰਨੇ ਵੀ ਅੱਜ ਕਰਜ਼ੇ ਦੇ ਵਿੱਚ ਚੱਲ ਰਹੇ ਨੇ, ਜਿੰਨੇ ਵੀ ਅੱਜ ਗਰੀਬੀਆਂ ਦੇ ਵਿੱਚ ਚੱਲ ਰਹੇ ਨੇ, ਜਿੰਨੇ ਵੀ ਅੱਜ ਬਿਮਾਰੀਆਂ ਦੇ ਵਿੱਚ ਚੱਲ ਰਹੇ ਨੇ, ਅੱਜ ਜੇਕਰ ਯਿਸੂ ਮਸੀਹ ਨੂੰ ਕਬੂਲ ਕਰ ਲਿਆ ਤਾਂ ਤੁਹਾਡੀਆਂ ਬਿਮਾਰੀਆਂ ਇਸੇ ਹਫ਼ਤੇ ਦੇ ਵਿੱਚ, ਤੁਹਾਡੇ ਕਰਜ਼ੇ ਇਸੇ ਹਫ਼ਤੇ ਦੇ ਵਿੱਚ ਉਹ ਕੈਂਸਲ ਹੁੰਦੇ ਨਜ਼ਰ ਆਣਗੇ ਤੁਹਾਨੂੰ ਯਿਸੂ ਦੇ ਨਾਮ ਦੇ ਵਿੱਚ। ਹਾਲੇਲੂਇਆ। ਮੇਰੇ ਪਿਆਰਿਓ, ਤੁਹਾਡੀ ਬਿਮਾਰੀ ਵੱਡੀ ਨਹੀਂ ਹੈ, ਤੁਹਾਡਾ ਕਰਜ਼ਾ ਵੱਡਾ ਨਹੀਂ ਹੈ। ਭਾਵੇਂ ਤੁਸੀਂ ਬਿਜ਼ਨਸ ਦੇ ਵਿੱਚੋਂ ਲੱਖ ਫੇਲ ਹੋ ਚੁੱਕੇ ਹੋ, ਪਰ ਪਰਮੇਸ਼ਵਰ ਜਦੋਂ ਤੁਹਾਡੇ ਨਾਲ ਕੰਮ ਕਰਦਾ ਹੈ ਫਿਰ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਬਾਈਬਲ ਦੇ ਵਿੱਚ ਜਦੋਂ ਤੁਸੀਂ ਭਜਨ ਗਾਉਂਦੇ ਹੋ ਤਾਂ ਭਜਨ ਦੇ ਵਿੱਚ ਵੀ ਗਾਇਆ ਜਾਂਦਾ, ਜਿੰਨਾ ਅੱਗੇ ਅੱਗੇ ਚੱਲਦਾ ਯਹੋਵਾ ਉਹ ਜੰਗ ਕਦੇ ਨਹੀਂ ਹਾਰਦੇ। ਜੇ ਯਹੋਵਾ ਨੂੰ ਅੱਗੇ ਅੱਗੇ ਚਲਾਉਣਾ ਹੈ ਤਾਂ ਯਹੋਵਾ ਦੇ ਵਰਗੇ ਬਣਨਾ ਪੈਣਾ ਹੈ। ਇਹ ਮਨ ਦੇ ਵਿੱਚੋਂ ਕੜਤਰ ਕੱਢਣੀ ਪੈਣੀ ਹੈ। ਇਹ ਜੀਭ ਨੂੰ ਸਹੀ ਟਿਕਾਣੇ ਤੇ ਲੈ ਕੇ ਆਉਣਾ ਪੈਣਾ ਹੈ। ਇਹ ਅੱਖਾਂ ਨੂੰ ਸਹੀ ਨਜ਼ਰੀਏ ਤੇ ਲੈ ਕੇ ਆਉਣਾ ਹੈ। ਇਹ ਪੈਰਾਂ ਨੂੰ ਸਹੀ ਚਾਲ ਚੱਲਣ ਦੇ ਮਜਬੂਰ ਕਰਨਾ ਹੈ। ਜੇਕਰ ਏਦਾਂ ਕਰਨ ਦੇ ਵਿੱਚ ਅਸੀਂ ਸਕਸੈਸ ਹੋ ਜਾਂਦੇ ਹਾਂ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਪਰਮੇਸ਼ਰ ਤੋਂ ਮਿਲਣ ਤੋਂ ਰੋਕ ਨਹੀਂ ਸਕਦੀ। ਹਾਲੇਲੂਇਆ। ਸੋ ਜਦੋਂ ਅਸੀਂ ਅਗਲਾ ਵਚਨ ਪੜ੍ਹਦੇ ਹਾਂ, ਜਦੋਂ ਯਸ਼ਾਇਆ ਦੀ ਕਿਤਾਬ ਉਹਦੇ ਪਹਿਲਾ ਅਧਿਆਏ, ਫਸਟ ਅਧਿਆਏ ਉਹਦੀ 15 ਆਇਤ ਦੇ ਵਿੱਚ ਅਸੀਂ ਦੇਖਦੇ ਹਾਂ, ਯਸ਼ਾਇਆ 1 ਦੀ 15 ਦੇ ਵਿੱਚ ਕਹਿੰਦਾ, ਜਦ ਤੁਸੀਂ ਆਪਣੇ ਹੱਥ ਅੱਡੋਗੇ ਤਾਂ ਮੈਂ ਤੁਹਾਡੇ ਤੋਂ ਆਪਣੀ ਅੱਖ ਮੀਚ ਲਵਾਂਗਾ, ਨਾਲੇ ਭਾਵੇਂ ਤੁਸੀਂ ਕਿੰਨੀ ਪ੍ਰਾਰਥਨਾ ਕਰੋ ਮੈਂ ਨਹੀਂ ਸੁਣਾਂਗਾ। ਇਹ ਪਰਮੇਸ਼ਰ ਜੀ ਬਿਆਨ ਕਰ ਰਹੇ ਨੇ। ਦੁਬਾਰਾ ਪੜ੍ਹਦੇ ਨੇ ਇਸ ਬਚਨ ਨੂੰ। ਯਸ਼ਾਇਆ ਦੀ ਕਿਤਾਬ ਉਹਦੀ 1 ਅਧਿਆਏ ਉਹਦੀ 15 ਆਇਤ ਦੇ ਵਿੱਚ ਲਿਖਿਆ, ਕਹਿੰਦਾ ਜਦ ਤੁਸੀਂ ਆਪਣੇ ਹੱਥ ਅੱਡੋਗੇ ਤਾਂ ਮੈਂ ਤੁਹਾਤੋਂ ਆਪਣੀ ਅੱਖ ਮੀਚ ਲਵਾਂਗਾ। ਕਿਹਨਾਂ ਦੀ ਗੱਲ ਕਰਦਾ ਇਹ? ਜਿਹੜੇ ਲੋਕਾਂ ਦੀਆਂ ਨਿਗਾਹ ਦੇ ਵਿੱਚ ਪਾਪ ਹੈ, ਜਿਨ੍ਹਾਂ ਲੋਕਾਂ ਦੀ ਸੋਚ ਦੇ ਵਿੱਚ ਪਾਪ ਹੈ, ਉਹਨਾਂ ਦੀਆਂ ਪ੍ਰਾਰਥਨਾ ਸੁਣੀਆਂ ਨਹੀਂ ਜਾਂਦੀਆਂ। ਉਹਨਾਂ ਦੀ ਪ੍ਰਾਰਥਨਾ ਨੂੰ ਪਰਮੇਸ਼ਰ ਸੁਣਦਾ ਨਹੀਂ, ਅੱਖਾਂ ਮੀਚ ਲੈਂਦਾ।
ਤਾਂ ਪਰਮੇਸ਼ਰ ਜੀ ਕੀ ਕਹਿ ਰਹੇ ਨੇ, ਜਦ ਤੁਸੀਂ ਆਪਣੇ ਹੱਥ ਅੱਡੋਗੇ ਤਾਂ ਮੈਂ ਤੁਹਾਡੇ ਤੋਂ ਆਪਣੀ ਅੱਖ ਮੀਚ ਲਵਾਂਗਾ, ਨਾਲੇ ਭਾਵੇਂ ਤੁਸੀਂ ਕਿੰਨੀ ਪ੍ਰਾਰਥਨਾ ਕਰੋ ਮੈਂ ਨਹੀਂ ਸੁਣਾਂਗਾ। ਸੰਤ ਏਲੀ ਸੀ, ਏਲੀ ਜਾਜਕ ਦੇ ਬੱਚੇ ਕੀ ਕਰਦੇ ਸੀ? ਉਹ ਗਲਤ ਕੰਮ ਕਰਦੇ ਸੀ। ਉਹ ਪਰਮੇਸ਼ਰ ਦੇ ਘਰਾਣੇ ਦੇ ਵਿੱਚ ਪਰਮੇਸ਼ਰ ਨੇ ਬਹੁਤ ਵਾਰੀ ਕਿਹਾ, ਕਹਿੰਦਾ ਏਲੀ ਤੇਰੇ ਬੱਚੇ ਗਲਤ ਕੰਮ ਕਰਦੇ ਨੇ ਮੇਰੇ ਪਵਿੱਤਰ ਸਥਾਨ ਦੇ ਵਿੱਚ, ਇਹਨਾਂ ਨੂੰ ਸਮਝਾ ਲੈ, ਲੇਕਿਨ ਉਹਨੇ ਸਮਝਾਇਆ ਨਹੀਂ। ਜਦੋਂ ਪਰਮੇਸ਼ਰ ਏਲੀ ਦੀ ਪ੍ਰਾਰਥਨਾ ਨੂੰ ਸੁਣਦਾ ਸੀ ਤਾਂ ਆਤਮਾ ਏਲੀ ਦੇ ਨਾਲ ਗੱਲ ਕਰਦਾ ਸੀ, ਲੇਕਿਨ ਜਦੋਂ ਏਲੀ ਦੇ ਬੱਚੇ ਗਲਤ ਕੰਮ ਲਾ ਕੇ ਕਰਨ, ਲੇਕਿਨ ਆਤਮਾ ਨੇ ਫਿਰ ਏਲੀ ਦੀ ਪ੍ਰਾਰਥਨਾ ਨੂੰ ਸੁਣਿਆ ਨਹੀਂ। ਕਿਉਂ? ਪਰਮੇਸ਼ਰ ਕਹਿੰਦਾ ਜਦ ਤੁਸੀਂ ਆਪਣੇ ਹੱਥ ਅੱਡੋਗੇ ਤਾਂ ਮੈਂ ਤੁਹਾਡੇ ਤੋਂ ਆਪਣੀ ਅੱਖ ਮੀਚ ਲਵਾਂਗਾ। ਏਲੀ ਦੀ ਪ੍ਰਾਰਥਨਾ ਨੂੰ ਨਹੀਂ ਸੁਣਿਆ ਪਰਮੇਸ਼ਰ ਨੇ। ਜਦੋਂ ਏਲੀ ਨੇ ਹੱਥ ਅੱਡੇ ਕਿ ਮੇਰੇ ਪੁੱਤਰ ਯੁੱਧ ਦੇ ਮੈਦਾਨ 'ਚ ਗਏ ਨੇ, ਪਵਿੱਤਰ ਆਤਮਾ ਉਹਨਾਂ ਦੀ ਰਾਖੀ ਕਰੀ, ਪਰਮੇਸ਼ਰ ਉਹਨਾਂ ਨੂੰ ਯੁੱਧ ਫਤਿਹ ਕਰਾ ਗਈ, ਲੇਕਿਨ ਪਰਮੇਸ਼ਰ ਨੇ ਆਪਣੀਆਂ ਅੱਖਾਂ ਬੰਦ ਕਰ ਲੀਆਂ। ਪਰਮੇਸ਼ਰ ਨੇ ਉਹਦੀ ਪ੍ਰਾਰਥਨਾ ਨੂੰ ਸੁਣਿਆ ਨਹੀਂ। ਕਿਉਂ? ਕਿਉਂਕਿ ਉਹਨੇ ਆਪਣੇ ਬੱਚਿਆਂ ਦੀ ਜ਼ਿੰਦਗੀ ਉਦਾਂ ਨਹੀਂ ਬਣਾਈ ਜਿੱਦਾਂ ਪਰਮੇਸ਼ਰ ਕਹਿੰਦਾ ਸੀ। ਜੇਕਰ ਉਹ ਪਰਮੇਸ਼ਰ ਦੇ ਕਹਿਣ ਦੇ ਅਕੋਰਡਿੰਗ ਚੱਲਦੇ ਤਾਂ ਪਰਮੇਸ਼ਰ ਕਦੇ ਵੀ ਏਲੀ ਦੀ ਪ੍ਰਾਰਥਨਾ ਤੋਂ ਅੱਖਾਂ ਬੰਦ ਨਾ ਕਰਦਾ। ਉਹ ਜਦੋਂ ਯੁੱਧ ਦੇ ਮੈਦਾਨ ਦੇ ਵਿੱਚ ਗਏ ਨੇ ਤੇ ਏਲੀ ਪ੍ਰਾਰਥਨਾ ਕਰਦਾ ਕਿ ਪਰਮੇਸ਼ਰ ਮੇਰੀ ਪ੍ਰਾਰਥਨਾ ਨੂੰ ਸੁਣ, ਤੇਰੇ ਬੱਚੇ ਯੁੱਧ ਦੇ ਮੈਦਾਨ 'ਚ ਗਏ ਨੇ, ਉਹ ਦੋਨੇ ਮਾਰੇ ਜਾਂਦੇ ਨੇ ਯੁੱਧ ਦੇ ਮੈਦਾਨ ਦੇ ਵਿੱਚ। ਉਹ ਜਦੋਂ ਯੁੱਧ ਦੇ ਮੈਦਾਨ 'ਚ ਦੋਨੇ ਮਾਰੇ ਜਾਂਦੇ ਨੇ, ਏਲੀ ਨੂੰ ਪਤਾ ਲੱਗਦਾ ਕਿ ਮੇਰੇ ਬੱਚੇ ਤਾਂ ਮਾਰੇ ਗਏ ਦੋਨੇ। ਉਹ ਸਦਮੇ ਦੇ ਨਾਲ ਏਲੀ ਵੀ ਮਰ ਜਾਂਦਾ। ਕਿਉਂ? ਕਿਉਂਕਿ ਉਹਨਾਂ ਦੀਆਂ ਅੱਖਾਂ ਨੇ ਪਾਪ ਕੀਤਾ, ਉਹਨਾਂ ਦੇ ਸਰੀਰ ਨੇ ਪਾਪ ਕੀਤਾ। ਤਾਂ ਕਰਕੇ ਪਰਮੇਸ਼ਰ ਨੂੰ ਉਹਨਾਂ ਦੀਆਂ ਪ੍ਰਾਰਥਨਾਵਾਂ ਤੋਂ ਅੱਖਾਂ ਮੀਚਣੀਆਂ ਪਈਆਂ, ਬੰਦ ਕਰਨੀਆਂ ਪਈਆਂ। ਮੇਰੇ ਅਜ਼ੀਜ਼ੋ, ਪਰਮੇਸ਼ਰ ਉਦੋਂ ਅੱਖਾਂ ਬੰਦ ਕਰਦਾ ਹੈ ਜਦੋਂ ਅਸੀਂ ਪਾਪ ਦੀ ਜ਼ਿੰਦਗੀ ਜੀਨੇ ਆ। ਅੱਜ ਜਿੰਨੀ ਵੀ ਨਵੀਂ ਜਨਰੇਸ਼ਨ ਮੈਨੂੰ ਦੇਖ ਰਹੀ ਹੈ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ, ਆਓ ਅਸੀਂ ਆਪਣੇ ਪਾਪ ਦੀ ਜ਼ਿੰਦਗੀ ਨੂੰ ਖਤਮ ਕਰਕੇ ਇੱਕ ਪਵਿੱਤਰਤਾਈ ਦੀ ਜ਼ਿੰਦਗੀ ਦੇ ਵਿੱਚ ਆਪਣਾ ਕਦਮ ਨੂੰ ਵਧਾਈਏ। ਤਾਂ ਅਸੀਂ ਏਲੀਆ ਦੀ ਤਰ੍ਹਾਂ ਦੀ ਮੌਤ ਦੇ ਵੱਲ ਨਾ ਜਾਈਏ, ਤਾਂ ਅਸੀਂ ਆਪਣੀ ਜ਼ਿੰਦਗੀ ਨੂੰ ਪਵਿੱਤਰਤਾਈ ਦੇ ਵਿੱਚ ਲੈ ਕੇ ਜਾਈਏ। ਅਸੀਂ ਨਹੀਂ ਚਾਹੁੰਦੇ ਕਿ ਇੱਕ ਪਾਪ ਦੀ ਵਜ੍ਹਾ ਦੇ ਨਾਲ ਕੱਲ ਨੂੰ ਸਾਡੇ ਬੱਚਿਆਂ ਦੇ ਉੱਤੇ ਵੀ ਕੋਈ ਕਸ਼ਟ ਆਵੇ। ਮੇਰੇ ਅਜ਼ੀਜ਼ੋ, ਪਰਮੇਸ਼ਵਰ ਦੇ ਨਿਆਂ ਦੇ ਸਾਹਮਣੇ ਤੁਸੀਂ ਵੀ ਇੱਕ ਬਰਾਬਰ ਹੋ ਤੇ ਮੈਂ ਵੀ ਇੱਕ ਬਰਾਬਰ ਹਾਂ। ਪਰਮੇਸ਼ਰ ਜਦੋਂ ਨਿਆਂ ਕਰਦਾ ਤਾਂ ਸਭ ਦਾ ਬਰਾਬਰ ਕਰਦਾ। ਉਹਦਾ ਨਾਮ ਤੋਲ ਬੜਾ ਪੱਕਾ ਹੈ, ਉਹਦਾ ਨਾਮ ਤੋਲ ਬੜਾ ਪੱਕਾ ਹੈ। ਉਹ ਇੱਕ ਤੱਕੜੀ ਦੇ ਨਾਲ ਕਰਦਾ। ਜਿਹੜਾ ਪਰਮੇਸ਼ਰ ਨੂੰ ਦਿੰਦਾ ਉਹ ਪਰਮੇਸ਼ਰ ਨੂੰ ਡੁੱਲਦਾ ਡੁੱਲਦਾ ਵਾਪਸ ਕਰਦਾ। ਚਾਹੇ ਤੁਸੀਂ ਸਰੀਰ ਦੇ ਦਿਓ, ਚਾਹੇ ਤੁਸੀਂ ਆਪਣਾ ਦਸਵਾਲ ਦੇ ਦਿਓ, ਚਾਹੇ ਆਪਣੀ ਭੇਟਾ ਦੇ ਦਿਓ, ਚਾਹੇ ਆਪਣੀ ਪ੍ਰਾਰਥਨਾ ਦੇ ਦਿਓ, ਚਾਹੇ ਆਪਣੀ ਫਾਸਟਿੰਗ ਦੇ ਦਿਓ, ਜੋ ਵੀ ਤੁਸੀਂ ਪਰਮੇਸ਼ਰ ਨੂੰ ਅਰਪਣ ਕਰੋਗੇ, ਪਰਮੇਸ਼ਰ ਉਹਦਾ ਤੁਹਾਨੂੰ 10 ਗੁਣਾ ਹੋ ਕੇ ਕੀ 1000 ਗੁਣਾ ਹੋ ਕੇ ਡੁੱਲਦਾ ਡੁੱਲਦਾ, ਉਛਲਦਾ ਉਛਲਦਾ ਤੁਹਾਡੀ ਝੋਲੀ ਦੇ ਵਿੱਚ ਪਾਇਆ ਜਾਏਗਾ। ਇਹ ਹੁਣ ਅਸੀਂ ਦੇਖਣਾ ਕਿ ਅਸੀਂ ਚੱਲਣਾ ਕਿਵੇਂ ਆ ਪਰਮੇਸ਼ਰ ਦੇ ਨਾਲ, ਕਿ ਅਸੀਂ ਪਾਪ ਦੀ ਜ਼ਿੰਦਗੀ ਦੇ ਵਿੱਚ ਚੱਲਣਾ ਕਿ ਸਾਡੀ ਪਰਮੇਸ਼ਰ ਕਦੇ ਨਾ ਪ੍ਰਾਰਥਨਾ ਸੁਣੇ, ਜਾਂ ਅਸੀਂ ਪਵਿੱਤਰਤਾਈ ਦੀ ਜ਼ਿੰਦਗੀ ਦੇ ਵਿੱਚ ਚੱਲਣਾ ਕਿ ਸਾਡੀ ਪਰਮੇਸ਼ਰ ਅੱਧੀ ਜ਼ੁਬਾਨ ਦੇ ਨਾਲ ਸਾਡੀ ਆਵਾਜ਼ ਨੂੰ ਸੁਣੇ। ਤੁਹਾਡੇ ਦੋਨਾਂ ਹੱਥਾਂ ਦੇ ਵਿੱਚ ਲੱਡੂ ਹੈ, ਇੱਕ ਪਾਸੇ ਪਾਪ ਵਾਲਾ ਤੇ ਇੱਕ ਪਾਸੇ ਪੁੰਨ ਵਾਲਾ, ਇੱਕ ਪਾਸੇ ਪਵਿੱਤਰਤਾਈ ਵਾਲਾ। ਹੁਣ ਤੁਸੀਂ ਕਿਹੜੇ ਲੱਡੂ ਨੂੰ ਖਾਣਾ ਪਸੰਦ ਕਰਦੇ ਹੋ? ਪਾਪ ਵਾਲੇ ਲੱਡੂ ਤਾਂ ਤੁਸੀਂ ਖਾ ਹੀ ਰਹੇ ਹੋ। ਹੁਣ ਤੁਹਾਡਾ ਫਰਜ਼ ਬਣਦਾ ਹੈ ਕਿ ਹੁਣ ਮੈਂ ਪਵਿੱਤਰਤਾਈ ਵਾਲੇ ਲੱਡੂ ਨੂੰ ਖਾ ਕੇ ਦੇਖਾਂ। ਹਾਲੇਲੂਇਆ। ਸੋ ਮੇਰੇ ਪਿਆਰਿਓ, ਅਗਲਾ ਵਚਨ ਕੀ ਕਹਿੰਦਾ? ਨਾਓ ਆਪਣੇ ਆਪ ਨੂੰ ਪਾਕ ਕਰੋ, ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਅੱਖਾਂ ਦੇ ਅੱਗੋਂ ਦੂਰ ਕਰੋ, ਬੁਰਾਈ ਨੂੰ ਛੱਡ ਦਿਓ। ਹਾਲੇਲੂਇਆ। ਕਿਹਨੂੰ ਛੱਡ ਦਿਓ? ਬੁਰਾਈ ਨੂੰ ਛੱਡ ਦਿਓ। ਪਰਮੇਸ਼ਰ ਜੀ ਕੀ ਕਹਿ ਰਹੇ ਨੇ? ਕਹਿੰਦਾ ਤੁਸੀਂ ਬੁਰੇ ਕੰਮਾਂ ਨੂੰ ਮੇਰੇ ਤੋਂ ਦੂਰ ਕਰ ਦਿਓ ਤੇ ਬੁਰਾਈ ਨੂੰ ਛੱਡ ਦਿਓ। ਅਗਰ ਤੁਸੀਂ ਮੇਰੇ ਤੋਂ ਕੁਝ ਲੈਣਾ ਚਾਹੁੰਦੇ ਹੋ, ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੀ ਪ੍ਰਾਰਥਨਾ ਨੂੰ ਸੁਣਾ, ਤਾਂ ਫਿਰ ਬੁਰਾਈ ਕਰਨੀ ਬੰਦ ਕਰ ਦਿਓ। ਚਾਹੇ ਤੁਸੀਂ ਚੁਗਲੀ ਕਰਦੇ ਹੋ, ਚਾਹੇ ਬੁਰਾ ਦੇਖਦੇ ਹੋ, ਬੁਰਾ ਬੋਲਦੇ ਹੋ, ਬੁਰਾ ਕੰਮ ਕਰਦੇ ਹੋ, ਕੁਝ ਵੀ ਬੁਰਾ ਕਰਦੇ ਹੋ, ਉਹ ਸਾਰੇ ਕੁਝ ਬੰਦ ਕਰ ਦਿਓ। ਹਾਲੇਲੂਇਆ। ਸੋ ਫਿਰ ਪਰਮੇਸ਼ਰ ਤੁਹਾਡੀ ਆਵਾਜ਼ ਨੂੰ ਜ਼ਰੂਰ ਸੁਣੇਗਾ। ਹਾਲੇਲੂਇਆ। ਸੋ ਗੋਡ ਬਲੈਸ ਯੂ। ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਣ। ਜਿੱਥੇ ਜਿੱਥੇ ਵੀ ਸਾਡੇ ਇਹ ਪ੍ਰਚਾਰ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ ਗਿਆ, ਮੈਂ ਤੁਹਾਨੂੰ ਇੱਕ ਐਡਵਾਈਸ ਦੇਣੀ ਚਾਹੁੰਦਾ ਹਾਂ। ਇਹ ਵਚਨ ਦੇ ਦੁਆਰਾ ਆਪਣੇ ਜੀਵਨ ਨੂੰ ਪਾਕ ਤੇ ਪਵਿੱਤਰ ਕਰਕੇ ਦੇਖਿਓ। ਦੁਨੀਆ ਦਾ ਆਨੰਦ 5 ਮਿੰਟ ਦਾ ਹੁੰਦਾ ਹੈ, ਲੇਕਿਨ ਸਾਡੇ ਪਰਮੇਸ਼ਰ ਦਾ ਆਨੰਦ
ਅਨੰਤ ਕਾਲ ਤੱਕ ਹੁੰਦਾ। ਹਾਲੇਲੂਇਆ। ਜੇ ਤੁਸੀਂ ਪਰਮੇਸ਼ਵਰ ਦੇ ਆਨੰਦ ਨੂੰ ਲੈਣਾ ਚਾਹੁੰਦੇ ਹੋ, ਜੇ ਤੁਸੀਂ ਅਨੰਤ ਕਾਲ ਤੱਕ ਤੁਸੀਂ ਜਿੰਦੇ ਰਹਿਣਾ ਚਾਹੁੰਦੇ ਹੋ, ਅਨੰਤ ਕਾਲ ਤੱਕ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ, ਅਨੰਤ ਕਾਲ ਤੱਕ ਤੁਸੀਂ ਬਲੈਸ ਰਹਿਣਾ ਚਾਹੁੰਦੇ ਹੋ, ਤਾਂ ਫਿਰ ਆਪਣੀ ਜ਼ਿੰਦਗੀ ਦੇ ਵਿੱਚੋਂ ਪਾਪ ਨੂੰ ਹਮੇਸ਼ਾ ਖਤਮ ਕਰ ਦਿਓ ਔਰ ਬੁਰਾਈਆਂ ਤੋਂ ਤੌਬਾ ਕਰ ਲਿਓ। ਪਰਮੇਸ਼ਵਰ ਨੇ ਤੁਹਾਨੂੰ ਉੱਪਰ ਉਠਾਉਣਾ ਸ਼ੁਰੂ ਕਰ ਦੇਣਾ। ਹਾਲੇਲੂਇਆ। ਸੋ ਆਓ ਮੈਂ ਤੁਹਾਡੇ ਸਭ ਦੇ ਲਈ ਪ੍ਰੇਅਰ ਕਰਦਾ, ਜਿੰਨੇ ਵੀ ਸਾਨੂੰ ਦੇਖ ਰਹੇ ਨੇ ਦੂਰ ਦੁਰਾਡੇ ਤੋਂ। ਆਓ ਆਪਣੇ ਆਪਣੀਆਂ ਅੱਖਾਂ ਨੂੰ ਬੰਦ ਕਰਦੇ ਹਾਂ। ਮੈਂ ਤੁਹਾਡੇ ਸਭ ਦੇ ਲਈ ਪ੍ਰੇਅਰ ਕਰਦਾ ਹਾਂ। ਸਰਵ ਸ਼ਕਤੀਮਾਨ ਪਿਤਾ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਜੀ, ਮੈਂ ਧੰਨਵਾਦ ਕਰਦਾ ਹਾਂ ਅੱਜ ਜ਼ੂਮ ਮੀਟਿੰਗ ਦੇ ਦੁਆਰਾ ਤੂੰ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਪਿਤਾ ਪਰਮੇਸ਼ਵਰ ਲੱਖਾਂ ਦੇ ਕਰੋੜਾਂ ਲੋਕਾਂ ਦੇ ਕੋਲ ਆਪਣੇ ਬਚਨ ਨੂੰ ਲੈ ਕੇ ਗਿਆ। ਮੇਰੇ ਪਿਤਾ ਪਰਮੇਸ਼ਵਰ ਬਚਨ ਜਿੱਥੇ ਜਿੱਥੇ ਵੀ ਜਾਵੇ, ਜਿਹਨੇ ਵੀ ਸੁਣਿਆ, ਉਹਦੀ ਜ਼ਿੰਦਗੀ ਪਵਿੱਤਰਤਾਈ ਦੇ ਨਾਲ ਭਰ ਜਾਵੇ। ਪ੍ਰਭੂ ਇਸੇ ਟਾਈਮ ਪਵਿੱਤਰ ਆਤਮਾ ਜੀ ਉਹਨਾਂ ਨੂੰ ਛੂ ਲੈਣ। ਹਾਲੇਲੂਇਆ। ਛੂ ਲੈਣ ਪਵਿੱਤਰ ਆਤਮਾ ਜੀ ਇਸੇ ਟਾਈਮ, ਔਰ ਉਹਨਾਂ ਨੂੰ ਆਜ਼ਾਦ ਕਰਨ, ਉਹਨਾਂ ਦੀ ਪਾਪ ਦੀ ਜ਼ਿੰਦਗੀ ਨੂੰ ਖਤਮ ਕਰਕੇ ਉਹਨਾਂ ਨੂੰ ਇੱਕ ਨਵੀਂ ਪਵਿੱਤਰਤਾਈ ਵਾਲੀ ਜ਼ਿੰਦਗੀ ਮਿਲੇ। ਪਿਤਾ ਮੇਰੇ ਪਰਮੇਸ਼ਵਰ, ਆਓ ਇੱਕ ਇੱਕ ਜਨ ਦੇ ਉੱਤੇ ਕਿਰਪਾ ਕਰ ਦਿਓ, ਸ਼ੁੱਧ ਕਰ ਦਿਓ, ਪਵਿੱਤਰ ਕਰ ਦਿਓ। ਮੇਰੇ ਪਿਤਾ ਅੱਜ ਮੈਂ ਜ਼ੂਮ ਮੀਟਿੰਗ ਦੇ ਲਈ ਪ੍ਰਾਰਥਨਾ ਕਰਦਾ ਹਾਂ। ਜਿਹੜੇ ਭੈਣ ਭਰਾ ਨੇ ਪਿਤਾ ਪਰਮੇਸ਼ਵਰ ਜ਼ੂਮ ਮੀਟਿੰਗ ਦੇ ਵਿੱਚ ਜਿੰਨੇ ਵੀ ਆਉਂਦੇ ਨੇ ਔਰ ਜਿਹੜੇ ਵੀ ਲੀਡ ਕਰਦੇ ਨੇ, ਜਿਹੜੇ ਵੀ ਤੇਰੇ ਲੋਕਾਂ ਤੱਕ ਤੇਰੇ ਖਾਦਮਾਂ ਨੂੰ ਬੁਲਾਉਂਦੇ ਨੇ, ਜਿੰਨੇ ਵੀ ਪਿਤਾ ਪਰਮੇਸ਼ਵਰ ਇਸ ਜ਼ੂਮ ਮੀਟਿੰਗ ਦੇ ਉੱਤੇ ਖਰਚ ਹੋ ਰਿਹਾ, ਪ੍ਰਭੂ ਜੀ ਸਭ ਕਸ ਦਾ ਪ੍ਰਬੰਧ ਤੇਰੇ ਸਵਰਗੀ ਤੇਜ ਧਨ ਦੇ ਵਿੱਚੋਂ ਪੂਰਾ ਹੋ ਜਾਵੇ। ਮੇਰੇ ਪਿਤਾ ਪਰਮੇਸ਼ਵਰ ਸਭ ਨੂੰ ਇੱਕ ਇੱਕ ਜਨ ਨੂੰ ਸੁਪਰ ਬਲੈਸ ਕਰ ਦੇਣਾ। ਮੇਰੇ ਯਿਸੂ ਰਾਜਾ, ਮੇਰੇ ਪਰਮੇਸ਼ਵਰ ਜੀ ਜਿੱਥੇ ਵੀ ਤੇਰੇ ਦਾਸ ਦੀ ਆਵਾਜ਼ ਗਈ ਹੈ, ਉਹ ਸੁਣਨ ਵਾਲਿਆਂ ਦੇ ਕੰਨਾਂ ਦੇ ਵਿੱਚ ਤੇਰੇ ਨਾਮ ਦੀ ਬਲੈਸਿੰਗ ਪਹੁੰਚ ਜਾਵੇ। ਇਸੇ ਟਾਈਮ ਵੱਡਾ ਮਸਾ ਉਹਨਾਂ ਨੂੰ ਟੱਚ ਕਰੇ। ਯਿਸੂ ਨਾਸਰੀ ਦੇ ਨਾਮ ਦੇ ਵਿੱਚ ਅਸੀਂ ਇਹ ਸਾਰੇ ਮਿਲ ਕੇ ਮੰਗਦੇ ਹਾਂ ਪਿਤਾ ਪਰਮੇਸ਼ਵਰ ਜੀ ਦੇ ਕੋਲੋਂ। ਉੱਚੀ ਬੋਲਾਂਗੇ ਸਭ ਜਨ ਆਮੀਨ। ਹੋਰ ਵੀਡੀਓ ਦੇਖਣ ਲਈ ਪਾਸਟਰ ਗੁਰਚਰਨ ਸਿੰਘ ਰੇਤਗੜ੍ਹ ਦੇ ਫੇਸਬੁੱਕ ਚੈਨਲ ਨੂੰ ਫੋਲੋ ਕਰੋ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਤੁਸੀਂ ਹਰ ਸਮੇਂ ਪਰਮੇਸ਼ਵਰ ਦੇ ਬਚਨਾਂ ਦਾ ਆਨੰਦ ਲੈ ਸਕਦੇ ਹੋ। ਤੁਸੀਂ ਆਪਣਾ ਦਸਵੰਧ ਆਫਰਿੰਗ ਚਰਚ ਬਿਲਡਿੰਗ ਲਈ ਡੋਨੇਸ਼ਨਸ ਇਹਨਾਂ ਬੈਂਕ ਅਕਾਊਂਟ ਜ਼ਰੀਏ ਸਾਡੇ ਕੋਲ ਭੇਜ ਸਕਦੇ ਹੋ। ਸਤਸੰਗ ਦਾ ਸਮਾਂ ਹਰ ਐਤਵਾਰ 10 ਵਜੇ ਤੋਂ ਦੁਪਹਿਰ 1:30 ਵਜੇ ਤੱਕ ਪਿੰਡ ਰੇਤਗੜ੍ਹ ਸਮਾਣਾ ਤੋਂ ਪਾਤਰਾ ਰੋਡ ਤੇ ਕੀਤਾ ਜਾਂਦਾ ਹੈ, ਜਿੱਥੇ ਸਾਰਿਆਂ ਦੀ ਸੁਖ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ। ਜੈਮਸੀ।